ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਮ ਅਸਾੜੀ ਜੀਓ ਆਸਾ ਬਟੁਆ ਏਕ ਬਹਿਤਰ ਆਧਾਰੀ ਏਕੋ ਜਿਸੈ ਦੁਆਰਾ ਨਵੈ ਖੰਡ ਕੀ ਪ੍ਰਥਮੀ ਮੰਗੈ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੋ ਨਿਧ ਪਾਵੈ ਤਲ ਕਾ ਬ੍ਰਹਮ ਲੇ ਗਗਨ ਚਰਾਵੈ ਰਹਾਉ ਖਿੰਤਾ ਗਿਆਨ ਧਿਆਨ ਕਰ ਸੋਈ ਸ਼ਬਦ ਧਾਗਾ ਮਥ ਘਾਲੈ ਪੰਚ ਤਤ ਕੀ ਕਰ ਮਿਰਗਾਨੀ ਗੁਰ ਕੈ ਮਾਰਗ ਚਾਲੈ ਦਇਆ ਫਹੁਰੀ ਕਾਇਆ ਕਰ ਧੋਈ ਦ੍ਰਿਸ਼ਟ ਕੀ ਅਗਨ ਜਲਾਵੈ ਜਿਸ ਕਾ ਭਾਉ ਲੈ ਰਿਦ ਅੰਤਰ ਚਹੁ ਜੁਗ ਤਾੜੀ ਲਾਵੈ ਸਭ ਜੋਗ ਤਨ ਰਾਮ ਨਾਮ ਹੈ ਜਿਸ ਕਾ ਪਿੰਡ ਪਰਾਨਾ ਕਹੋ ਕਬੀਰ ਜੇ ਕਿਰਪਾ ਧਾਰੈ ਜੇ ਸਚਾ ਨਿਸ਼ਾਨਾ ਸਭ ਜੋਗ ਤਨ ਰਾਮ ਨਾਮ ਹੈ ਜਿਸ ਕਾ ਪਿੰਡ ਪਰਾਨਾ ਕਹੋ ਕਬੀਰ ਜੇ ਕਿਰਪਾ ਧਾਰੈ ਜੇ ਸਚਾ ਨਿਸ਼ਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਬਾਇਮਾਨ ਹੋਏ ਬੈਠੇ ਸਤਸੰਗੀ ਜਨੋ, ਭਗਤਾਂ ਦੀ ਬਾਣੀ ਦੀ ਲੜੀਵਾਰ ਵਿਚਾਰ ਬੜੇ ਪ੍ਰੇਮ ਸਾਹਿਤ ਆਪ ਜੀ ਪਿਛਲੇ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹਾਂ। ਵਿਚਾਰ ਅਧੀਨ ਅੱਜ ਦਾ ਪਾਵਨ ਸ਼ਬਦ ਆਸਾ ਰਾਗ ਦੇ ਵਿੱਚ
ਭਗਤਾਂ ਦੀ ਬਾਣੀ ਦਾ ਇਹ 7ਵਾਂ ਸ਼ਬਦ ਹੈ। ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਪਾਵਨ ਅੰਕ 477 ਦੇ ਉੱਤੇ ਇਹ ਦਰਗਾਹੀ ਬੋਲ, ਇਲਾਹੀ ਬੋਲ ਦਰਜ ਹਨ। ਇੱਥੇ ਸ਼ਬਦ ਵਿੱਚ ਜੋ ਗੱਲ ਕੀਤੀ ਹੈ, ਐਸਾ ਜੋਗੀ ਨੋਨਿਧ ਪਾਵੈ ਤਲਕਾ ਬ੍ਰਹਮ ਲੈ ਗਗਨ ਚਰਾਵੈ ਰਹਾਉ। ਆਓ ਕਿ ਜਿਹੜਾ ਬ੍ਰਹਮ ਹੈ ਉਹ ਸੰਸਕ੍ਰਿਤ ਦਾ ਲਫ਼ਜ਼ ਹੈ ਔਰ ਜਿਸ ਦਾ ਅਰਥ ਪ੍ਰਾਣ ਨਹੀਂ ਹਨ। ਜੋਗ ਮਤ ਦੇ ਸਾਰੇ ਲਫ਼ਜ਼ ਵੇਖ ਕੇ ਕਈ ਵਾਰੀ ਜਦੋਂ ਅਸੀਂ ਅਰਥ ਕਰਦੇ ਹਾਂ ਕਿਸੇ ਸ਼ਬਦ ਦਾ ਤੇ ਟਪਲਾ ਖਾ ਜਾਂਦੇ ਹਾਂ ਕਿ ਸ਼ਾਇਦ ਜੋਗੀਆਂ ਦੇ ਪਰਥਾਏ ਕੋਈ ਗੱਲ ਕੀਤੀ ਜਾ ਰਹੀ ਹੈ। ਪਰ ਇੱਥੇ ਜਿਹੜੀ ਗੱਲ ਹੈ ਉਹ ਹੈ ਜੋਗ ਦੀ ਥਾਂ ਨਾਮ ਸਿਮਰਨ ਦੀ ਜਿਹੜੀ ਵਡਿਆਈ ਹੈ ਉਹ ਭਗਤ ਕਬੀਰ ਸਾਹਿਬ ਦੱਸ ਰਹੇ ਹਨ। ਕਿਸ ਤਰ੍ਹਾਂ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ, ਪ੍ਰਭੂ ਦੇ ਚਰਨਾਂ ਨਾਲ ਜੋੜਨਾ ਹੈ, ਇਸ ਅਧੀਨ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਹੈ। ਸੋ ਆਓ ਵਿਚਾਰਾਂ ਨੂੰ ਸਮਝਾਂਗੇ ਅਤੇ ਨਾਲ ਹੀ ਜੋ ਉਪਦੇਸ਼ ਦ੍ਰਿੜ ਕਰਾਇਆ ਸਾਨੂੰ ਉਸ ਉਪਦੇਸ਼ ਨੂੰ ਦ੍ਰਿੜ ਕਰਨ ਦਾ ਯਤਨ ਕਰਾਂਗੇ। ਮਨੋਬਿਰਤੀਆਂ ਇਕਾਗਰ ਕਰੋ, ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦਾ ਸੰਸਾਰ ਦੇ ਵਿੱਚ ਆ ਕੇ ਪ੍ਰਭੂ ਨਾਲੋਂ ਟੁੱਟ ਜਾਣਾ ਇਹ ਆਮ ਗੱਲ ਹੈ, ਕਿਉਂਕਿ ਮਨੁੱਖ ਜਦੋਂ ਸੰਸਾਰ ਦੇ ਵਿੱਚ ਆਉਂਦਾ ਹੈ ਤੇ ਕਿਰਤ ਕਰਮ ਕੇ ਵਿਛੜੇ, ਅਸੀਂ ਕੀਤੇ ਹੋਏ ਆਪਣੇ ਕਰਮਾਂ ਕਰਕੇ ਪ੍ਰਭੂ ਨਾਲੋਂ ਵਿਛੜ ਜਾਂਦੇ ਹਾਂ, ਦੂਰ ਹੋ ਜਾਂਦੇ ਹਾਂ। ਸਾਡੀ ਸਾਂਝ ਜਿਹੜੀ ਹੈ ਉਹ ਟੁੱਟ ਜਾਂਦੀ ਹੈ ਕੀਤੇ ਹੋਏ ਕਰਮਾਂ ਕਰਕੇ। ਤੇ ਮਿਲਾਪ ਦਾ ਸਾਧਨ ਹੈ ਜੋਗ। ਜੋਗ ਦਾ ਅਰਥ ਹੈ ਜੁੜਨਾ। ਤੇ ਜੋਗੀ ਸਿਰਫ ਉਹ ਨਹੀਂ ਜਿਹੜਾ ਕਿ ਆਪਣੇ ਕੰਨ ਪਾੜ ਲੈਂਦਾ ਹੈ, ਜੋਗੀ ਉਹ ਨਹੀਂ ਜਿਹੜਾ ਪਿੰਡੇ ਤੇ ਸਵਾਹ ਮਲਦਾ ਹੈ, ਜੋਗੀ ਉਹ ਨਹੀਂ ਜਿਹੜਾ ਕਿ ਹੋਰ ਵੱਖ ਵੱਖ ਚੀਜ਼ਾਂ ਸਰੀਰ 'ਤੇ ਧਾਰਨ ਕਰਕੇ ਇੱਕ ਵੱਖਰਾ ਜਿਹਾ ਭੇਗ ਬਣਾ ਲੈਂਦਾ ਹੈ। ਇੱਥੇ ਜੋਗੀ ਦਾ ਅਰਥ ਹੈ ਪਰਮੇਸ਼ਰ ਦੇ ਨਾਲ ਜੁੜਨ ਵਾਲਾ, ਵਾਹਿਗੁਰੂ ਦੇ ਨਾਲ ਜੁੜਨ ਵਾਲਾ। ਕਹਿੰਦੇ ਇਹੋ ਜਿਹਾ ਕੋਈ ਜੋਗੀ ਬਣ ਜਾਏ ਤਾਂ ਉਹ ਨੌ ਨਿਧ ਪਾਵੈ, ਨੌ ਨਿਧੀਆਂ ਵਾਲੇ ਜਿਹੜੇ ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ। ਅਸਲ ਦੇ ਵਿੱਚ ਇਸ ਸੰਸਾਰ ਦੇ ਵਿੱਚ ਰਹਿੰਦੇ ਹਾਂ, ਸਮਾਜ ਦੇ ਵਿੱਚ ਵਿਚਰਦੇ ਹਾਂ, ਸਾਡੀ ਜਿਹੜੀ ਸੁਰਤ ਹੈ ਉਹ ਹਮੇਸ਼ਾ ਹੀ ਇਸ ਸੰਸਾਰ ਦੇ ਪਦਾਰਥਾਂ ਵਿੱਚ, ਇਹਨਾਂ ਝਮੇਲਿਆਂ ਵਿੱਚ ਫਸ ਜਾਂਦੀ ਹੈ। ਉਸ ਗੱਲ ਨੂੰ ਕਬੀਰ ਸਾਹਿਬ ਕਹਿ ਰਹੇ ਨੇ, ਕਹਿੰਦੇ ਤਲਕਾ ਬ੍ਰਹਮ ਲੈ ਗਗਨ ਚਰਾਵੈ। ਤਲ ਦਾ ਅਰਥ ਹੈ ਪਰਮਾਤਮਾ ਦੀ ਅੰਸ਼ ਜੋ ਹੇਠਾਂ ਟਿਕੀ ਰਹਿੰਦੀ ਹੈ। ਪਾਓ ਇਹ ਜੀਵ ਆਤਮਾ ਜਿਹੜਾ ਇਹ ਮਾਇਆ 'ਚ ਟਿਕਿਆ ਰਹਿੰਦਾ ਹੈ। ਇਹ ਹੈ ਕਿ ਇਹ ਪਰਮੇਸ਼ਰ ਦਾ ਅੰਸ਼ ਹੈ, ਵਾਹਿਗੁਰੂ ਜੀ ਦਾ ਅੰਸ਼ ਹੈ ਅਤੇ ਇਹ ਸੰਸਾਰ ਦੇ ਵਿੱਚ ਟਿਕਾ ਰਹਿੰਦਾ ਹੈ, ਸੰਸਾਰ ਦੇ ਪਦਾਰਥਾਂ ਦੇ ਵਿੱਚ ਟਿਕਿਆ ਰਹਿੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਇੱਥੇ ਇੱਕ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੇ ਇਸ ਮਨ ਨੂੰ ਜੋੜਨਾ ਹੈ। ਗਗਨ ਚਰਾਵੈ, ਗਗਨ ਦਾ ਅਰਥ ਹੈ ਆਕਾਸ਼ ਵਿੱਚ। ਗਗਨ ਦਾ ਅਰਥ ਹੈ ਉਹ ਤਾਂ ਮਾਇਆ ਦੇ ਪ੍ਰਭਾਵ ਤੋਂ ਉੱਚਾ ਕਰਨਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਧਨਾਸਰੀ ਰਾਗ ਦੇ ਵਿੱਚ ਵਚਨ ਕੀਤੇ, ਕਹਿੰਦੇ ਕਬਹੂ ਜੀਐੜਾ ਊਬ ਚੜ੍ਹਤ ਹੈ। ਕਦੀ ਤਾਂ ਇਹ ਜਿਹੜਾ ਆਤਮਾ ਹੈ ਨਾ, ਇਹ ਮਾਇਆ ਤੋਂ ਨਿਰਲੇਪ ਹੋ ਕੇ ਉੱਪਰ ਚਲਾ ਜਾਂਦਾ ਹੈ, ਉੱਤਾਂ ਚੜ੍ਹ ਜਾਂਦਾ ਹੈ। ਕਬਹੂ ਜੀਐੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਕਦੀ ਇਹ ਮਾਇਆ ਵਿੱਚ ਆ ਕੇ ਖਚਿਤ ਹੋ ਜਾਂਦਾ ਹੈ। ਜੀਵਨ 'ਚ ਦੇਖਣਾ ਤੁਸੀਂ, ਇਹ ਖੇਡ ਜਿਹੜੀ ਹੈ ਬੰਦੇ ਦੇ ਨਾਲ ਚੱਲਦੀ ਰਹਿੰਦੀ ਹੈ।
ਕੋਈ ਵਿਰਲਾ ਹੀ ਹੁੰਦਾ ਹੈ ਕਿ ਜਿਹਦਾ ਮਨ ਇੱਕ ਵਾਰੀ ਉਤਾਂਹ ਚਲਾ ਗਿਆ, ਮਾਇਆ ਤੋਂ ਨਿਰਲੇਪ ਹੋ ਗਿਆ, ਤਾਂ ਉੱਥੇ ਜਾ ਕੇ ਟਿਕ ਗਿਆ, ਨਹੀਂ ਤਾਂ ਛੇਤੀ ਕਰਕੇ ਟਿਕਦਾ ਨਹੀਂ ਹੈ। ਕਬਹੂ ਜਿਐੜਾ ਊਬ ਚੜ੍ਹਤ ਹੈ। ਕਦੀ ਤਾਂ ਬੰਦੇ ਦਾ ਆਤਮਾ ਇੱਦਾਂ ਹੋ ਜਾਂਦਾ ਜਿਵੇਂ ਇਹ ਰੱਬ ਹੀ ਹੈ। ਕਬਹੂ ਜਾਏ ਪਿਆਲੇ, ਵਿਕਾਰਾਂ ਵਿੱਚ ਜਿਹੜੀ ਗੱਲ ਕਬੀਰ ਸਾਹਿਬ ਕਹਿੰਦੇ ਨੇ ਕਿ ਮਨੁੱਖ ਜਿਹੜਾ ਹੈ ਨਾ ਉਹ ਤਲਕਾ ਬ੍ਰਹਮ ਲੇ। ਬ੍ਰਹਮ ਦਾ ਅਰਥ ਹੈ ਪਰਮਾਤਮਾ ਦੀ ਅੰਸ਼, ਇਹ ਆਤਮਾ। ਤਲ ਦਾ ਅਰਥ ਹੈ ਮਾਇਆ ਦੇ ਵਿੱਚ ਖਚਿਤ ਹੋ ਜਾਂਦਾ ਹੈ। ਮਾਇਆ ਦੇ ਵਿੱਚ ਖਚਿਤ ਹੋਣ ਕਰਕੇ ਇਹ ਮਾਇਆ ਦੇ ਵਿੱਚ ਹੀ ਵੇੜਿਆ ਜਾਂਦਾ ਹੈ, ਮਾਇਆ ਵਿੱਚ ਹੀ ਗਲਤਾਨ ਰਹਿੰਦਾ ਹੈ। ਅਤੇ ਕਰਨਾ ਕੀ ਹੈ ਕਿ ਇਸ ਮਾਇਆ ਵਿੱਚੋਂ ਜੁੜੇ ਹੋਏ ਆਤਮਾ ਨੂੰ ਪਰਮੇਸ਼ਰ ਦੇ ਨਾਲ ਜੋੜਨਾ, ਇਹੀ ਅਸਲ ਵਿੱਚ ਜੋਗੀ ਦਾ ਕੰਮ ਹੈ, ਇਹੀ ਜੁੜਨ ਵਾਲੇ ਦਾ ਕੰਮ ਹੈ। ਅਤੇ ਭਗਤ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਇਸ ਨੂੰ ਉਤਾਂਹ ਲੈ ਕੇ ਜਾਣਾ, ਜਿਵੇਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਪਰ ਇਹ ਜਿੰਦ ਜਿਹੜੀ ਹੈ ਸਦਾ ਇੱਕੋ ਜਿਹੀ ਨਹੀਂ ਰਹਿੰਦੀ। ਮਹਾਰਾਜ ਉਸ ਦਾ ਕਾਰਨ ਦੱਸ ਦਿਓ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਬਹੂ ਜਿਐੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜਿਐਰਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਜਿਹੜਾ ਲੋਭੀ ਹਿਰਦਾ ਹੈ ਇਹ ਥਿਰ ਨਹੀਂ ਰਹਿਣ ਦਿੰਦਾ, ਚਾਰੇ ਕੁੰਡਾਂ ਦੇ ਵਿੱਚ ਇਹ ਭਾਲ ਕਰਦਾ ਹੈ। ਆਓ ਕਿ ਜਦੋਂ ਤੱਕ ਸਾਨੂੰ ਪੂਰਨ ਤੌਰ ਤੋਂ ਵਿਸ਼ਵਾਸ ਨਹੀਂ ਬਣੇਗਾ, ਭਰੋਸਾ ਨਹੀਂ ਬਣੇਗਾ, ਉਨਾ ਚਿਰ ਯਾਦ ਰੱਖਿਓ ਸਾਡਾ ਹਿਰਦਾ ਜਿਹੜਾ ਹੈ ਉਹ ਉੱਪਰ ਨਹੀਂ ਉੱਠ ਸਕਦਾ, ਸਾਡੀ ਆਤਮਾ ਇਸ ਮਾਇਆ ਵਿੱਚੋਂ ਨਹੀਂ ਨਿਕਲ ਸਕਦੀ। ਇਹ ਭਰੋਸਾ ਬਣਾਉਣਾ ਕਿ ਇਹ ਪਰਮਾਤਮਾ ਦੇ ਹੱਥ ਵਿੱਚ ਸਾਡੀ ਡੋਰ ਹੈ, ਪਰ ਮੈਂ ਤਾਂ ਸਮਝਦਾ ਕਿ ਮੈਂ ਹੀ ਸਭ ਕੁਝ ਕਰ ਰਿਹਾ। ਕੀਤੇ ਕੋ ਮੇਰੇ ਸਮਾਨੈ, ਕਰਨਹਾਰ ਤ੍ਰਿਣ ਜਾਣੈ। ਗੱਲ ਤਾਂ ਇੱਥੇ ਅਟਕ ਰਹੀ ਹੈ। ਆਪਣੇ ਕੀਤੇ ਨੂੰ ਤਾਂ ਮੈਂ ਸੁਮੇਰ ਪਰਬਤ ਜਿੱਡਾ ਵੱਡਾ ਸਮਝਾਂ ਜੋ ਮੈਂ ਕਰ ਰਿਹਾ ਹਾਂ, ਅਤੇ ਜਿਹੜਾ ਕਰਨਹਾਰ ਹੈ ਨਾ ਵਾਹਿਗੁਰੂ ਜੋ ਸਭ ਕੁਝ ਕਰ ਰਿਹਾ, ਉਹਨੂੰ ਮੈਂ ਤਿੱਲੇ ਦੀ ਨਿਆਏ ਸਮਝ ਰਿਹਾ। ਆਪਣੇ ਕੀਤੇ ਨੂੰ ਬੜਾ ਮਹਾਨ ਸਮਝ ਰਿਹਾ ਵੀ ਮੇਰੇ ਵਰਗਾ ਹੋਰ ਕੋਈ ਕਰ ਹੀ ਨਹੀਂ ਸਕਦਾ, ਜੋ ਮੈਂ ਕਰ ਸਕਦਾ ਹੋਰ ਦੂਜਾ ਨਹੀਂ ਕਰ ਸਕਦਾ। ਅਤੇ ਸਤਿਗੁਰੂ ਕਹਿੰਦੇ ਜਿਹੜਾ ਕਰਨਹਾਰ ਵਾਹਿਗੁਰੂ ਹੈ, ਪਰਮੇਸ਼ਰ ਹੈ, ਉਹਨੂੰ ਤਿੱਲੇ ਦੀ ਨਿਆਈ ਸਮਝਦਾ, ਛੋਟਾ ਸਮਝਦਾ, ਆਪਣੇ ਆਪ ਨੂੰ ਵੱਡਾ। ਇਹ ਮਨੁੱਖੀ ਬਿਰਤੀ ਹੈ। ਕਹਿੰਦੇ ਨੇ ਆਪਨ ਕੋ ਦੀਰਘ ਕਰ ਮਾਨੈ, ਔਰਨ ਕੋ ਲਗ ਮਾਤ। ਆਪਣੇ ਆਪ ਨੂੰ ਦੀਰਘ ਅੱਖਰ ਸਮਝਦਾ ਅਤੇ ਹੋਰਾਂ ਨੂੰ ਲਗਾ ਮਾਤਰਾ ਸਮਝਦਾ, ਆਪਣੇ ਆਪ ਨੂੰ ਵੱਡਾ ਸਮਝਦਾ ਅਤੇ ਹੋਰਾਂ ਨੂੰ ਲਗਾ ਮਾਤਰਾ। ਦੀਰਘ ਅੱਖਰ ਦਾ ਅਰਥ ਹੈ ਜਿਹੜੇ ਪੂਰੇ ਅੱਖਰ ਹੁੰਦੇ ਨੇ, ਜਿਹੜੇ ਮੁਕਤੇ ਅੱਖਰ ਹੁੰਦੇ ਨੇ, ਅਤੇ ਲਗਾ ਮਾਤਰਾ ਜੋ ਅੱਖਰਾਂ ਨੂੰ ਲੱਗ ਕੇ ਅੱਖਰ ਬਣਦੇ ਹਨ। ਕਿਉਂਕਿ ਪੂਰਨ ਅੱਖਰਾਂ ਤੋਂ ਬਿਨਾਂ ਲਗਾ ਮਾਤਰਾ ਕਿਸੇ ਕੰਮ ਦੀਆਂ ਨਹੀਂ ਹਨ। ਬੰਦਾ ਕਹਿੰਦਾ ਮੇਰੇ ਤੋਂ ਬਿਨਾਂ ਘਰ ਨਹੀਂ ਚੱਲ ਸਕਦਾ, ਮੇਰੇ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ, ਮੈਂ ਚਲਾ ਰਿਹਾ ਤਾਂ ਚੱਲਦੇ ਤੁਸੀਂ, ਜੇ ਮੈਂ ਨਾ ਕਮਾਵਾਂ ਤੁਹਾਡਾ ਕੀ ਬਣੇ। ਇਹ ਮਨੁੱਖੀ ਇੱਕ ਬਿਰਤੀ ਹੈ ਅਤੇ ਮਨੁੱਖ ਦਾ ਇੱਕ ਸੁਭਾਅ ਹੈ। ਕਿਉਂਕਿ ਲੋਭੀ ਹਿਰਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਕਿ ਇਸ ਲੋਭ ਦੇ ਵਿੱਚੋਂ, ਇਸ ਮਾਇਆ ਦੇ ਮੋਹ ਵਿੱਚੋਂ ਆਪਣੇ ਆਪ ਨੂੰ ਕੱਢ ਕੇ ਨਾ ਤੂੰ ਆਕਾਸ਼ ਦੇ ਵਿੱਚ ਲੈ ਜਾ। ਪਾਓ ਕਿ ਇਸ ਮਾਇਆ ਤੋਂ ਆਪਣੇ ਆਪ ਨੂੰ ਉਤਾਂਹ ਕਰ ਲੈ। ਕਿਸ ਤਰ੍ਹਾਂ ਉਤਾਂਹ ਕਰਾਂਗੇ? ਉੱਪਰ ਕਿਵੇਂ ਲੈ ਕੇ ਜਾਵਾਂਗੇ? ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਜੋਗੀਆਂ ਨੂੰ, ਸਿੱਧਾਂ ਨੂੰ ਦੱਸਿਆ ਸੁਮੇਰ ਪਰਬਤ 'ਤੇ। ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ, ਜੋਗੀ ਵੀ ਤੁਸੀਂ ਤਾਂ ਗ੍ਰਸਤੀ ਹੋ, ਤੁਹਾਡੇ ਪਰਿਵਾਰ ਹੈ, ਬੱਚੇ ਨੇ? ਕਹਿੰਦੇ ਹਾਂ। ਫਿਰ ਕਹਿੰਦੇ ਤੁਸੀਂ ਕਿਵੇਂ ਜੋਗ ਨੂੰ ਪ੍ਰਾਪਤ ਕਰ ਸਕਦੇ ਹੋ? ਤੁਸੀਂ ਕਿਵੇਂ ਰੱਬ ਨਾਲ ਜੁੜ ਸਕਦੇ ਹੋ? ਗ੍ਰਸਤੀ ਦੇ ਅੰਦਰ ਰੱਬ ਦੀ ਪ੍ਰਾਪਤੀ ਨਹੀਂ ਹੈ। ਤਾਂ ਬਾਬਾ ਜੀ ਨੇ ਫਿਰ ਬਾਣੀ ਦੇ ਰਾਹੀਂ ਦੱਸਿਆ ਕਿ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨ ਸੈਣੇ, ਸ਼ਬਦ ਸੁਰਤ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੇ। ਮਹਾਰਾਜ ਨੇ ਉਦਾਹਰਨ ਦਿੱਤੀ ਜਲ ਦੇ ਵਿੱਚ ਕਮਲ ਦੀ, ਜਲ ਦੇ ਅੰਦਰ ਮੁਰਗਾਈ ਦੀ। ਜਲ ਦੇ ਅੰਦਰ ਕਮਲ ਜਦੋਂ ਉੱਗਦਾ ਹੈ ਅਤੇ ਸਿਆਣੇ ਕਹਿੰਦੇ ਨੇ ਜੇ ਸਰੋਵਰ ਵਿੱਚ ਪਾਣੀ ਵੱਧ ਜਾਏ ਨਾ ਤਾਂ ਉਹ
जल विच डुੱਬਦਾ नहीं है। किसी भी डूंगी थां ते कोई बूटा होवे ना तो वो थां पूरी भर जाए तो वो बूटा डुੱਬ जाता है। होर जितने भी वनस्पति है, जितनी भी वनस्पति है वो जल विच डुੱਬ जाती है उदों जदों कि पानी भर जाए। कोई डूंगी थां होवे, कोई खड्ड होवे, जिवें कोई पहाड़ है उपर थल्ले रुख ने, पानी इतना ज़्यादा इकट्ठा हो गया कि वो रुख बूटा गायब हो गया, नज़र नहीं आ रहा, वो उसदे विच डुੱਬ जाता है। पर जितना मर्जी डूंगी थां ते कहंदे कमल दा फुल होवे, जिमें जिमें पानी वधदा है वो अपने आप दे जिहड़ी उहदी डंडी हुंदी उहनूं वधाई जांदा है। ਉਹਦੇ ਵਿੱਚ ਐਸੀ ਖੇਡ ਹੈ परमात्मा ਵੱਲੋਂ, ਉਹ ਆਪਣੇ ਆਪ ਨੂੰ ਪਾਣੀ ਵਿੱਚ ਨਹੀਂ ਡੁੱਬਣ ਦਿੰਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਅਸੀਂ ਪਰਿਵਾਰ ਦੇ ਵਿੱਚ ਰਹਿ ਕੇ ਪਰਿਵਾਰ 'ਚ ਨਹੀਂ ਡੁੱਬਦੇ। ਮੁਰਗਾਈ ਜਿਹੜੀ ਹੁੰਦੀ ਹੈ ਉਹ ਪਾਣੀ ਵਿੱਚ ਚੁੱਭੀ ਮਾਰਦੀ ਹੈ ਅਤੇ ਬਾਹਰ ਨਿਕਲਦੀ ਹੈ, ਅਤੇ ਉਸ ਵੇਲੇ ਜਿਹੜੇ ਖੰਭ ਜਿਹੜੇ ਨੇ ਉਹ ਸੁੱਕੇ ਹੁੰਦੇ। ਪਾਣੀ ਵਿੱਚ ਆਉਣ ਤੋਂ ਬਾਅਦ ਵੀ ਖੰਭਾਂ ਦਾ ਸੁੱਕੇ ਹੋਣਾ ਇਹ ਪ੍ਰਤੀਕ ਹੈ ਵੀ ਮਾਇਆ ਵਿੱਚ ਰਹਿ ਕੇ ਇਸ ਤਰ੍ਹਾਂ ਨਿਰਲੇਪ ਰਹਿਣਾ। ਮਹਾਰਾਜ ਕਹਿੰਦੇ ਨੇ ਇਹ ਜਿਹੜੀ ਪ੍ਰਾਪਤੀ ਕੀਤੀ ਹੈ, ਜੋਗੀ ਪੁੱਛਣ ਲੱਗੇ ਫਿਰ ਤੁਹਾਨੂੰ ਪ੍ਰਾਪਤੀ ਕਿਵੇਂ ਹੋਈ? ਵੀ ਤੁਸੀਂ ਕਹਿੰਦੇ ਹੋ, ਤੁਹਾਡੀ ਗੱਲ ਮੰਨ ਲੈਂਦੇ ਹਾਂ ਵੀ ਕਮਲ ਦਾ ਫੁੱਲ ਕਿਉਂਕਿ ਸਾਡਾ ਜ਼ਿਆਦਾ ਵਾਸਤਾ ਹੈ, ਅਸੀਂ ਸਰੋਵਰਾਂ ਦੇ ਕਿਨਾਰੇ 'ਤੇ ਰਹਿੰਦੇ ਹਾਂ, ਅਸੀਂ ਜ਼ਿਆਦਾ ਇਸ ਨੂੰ ਤਜਰਬਾ ਕਰਕੇ ਵੇਖਿਆ, ਗੱਲ ਤੁਹਾਡੀ ਠੀਕ ਹੈ। ਪਰ ਇੱਕ ਗੱਲ ਦੱਸੋ, ਤੁਸੀਂ ਪਰਿਵਾਰ ਵਿੱਚ ਗ੍ਰਸਤੀ ਜੀਵਨ ਵਿੱਚ ਐਡਾਂ ਦੀ ਨਿਰਲੇਪਤਾ ਕਿਵੇਂ ਆ ਗਈ ਤੁਹਾਡੇ ਕੋਲ? ਮਹਾਰਾਜ ਕਹਿੰਦੇ ਸ਼ਬਦ ਸੁਰਤ, ਕਹਿੰਦੇ ਇਹ ਨਿਰਲੇਪਤਾ ਦਾ ਕਾਰਨ ਇੱਕੋ ਹੀ ਹੈ ਕਿ ਜਿਹੜੀ ਮੇਰੀ ਸੁਰਤ ਹੈ ਉਹ ਸ਼ਬਦ ਵਿੱਚ ਜੁੜੀ ਰਹਿੰਦੀ ਹੈ। ਸ਼ਬਦ ਭਾਵ ਗੁਰੂ ਸਾਹਿਬ ਦਾ ਉਪਦੇਸ਼, ਗੁਰੂ ਦਾ ਗਿਆਨ, ਇਹ ਰੂਹਾਨੀਅਤ ਦੀ ਸਿੱਖਿਆ, ਇਸ ਦੇ ਵਿੱਚ ਸੁਰਤ ਹਰ ਵੇਲੇ ਕਨੈਕਟ ਰਹਿੰਦੀ ਹੈ, ਇਹਦੇ ਨਾਲ ਜੁੜੀ ਰਹਿੰਦੀ ਹੈ। ਭਵ ਸਾਗਰ ਤਰੀਏ, ਇਸ ਭਵ ਸਾਗਰ ਨੂੰ ਤਰਨ ਦਾ ਤਰੀਕਾ ਇਹ ਹੈ। ਪਿਆਰ ਵੱਲੋਂ ਅਸੀਂ ਧਿਆਨ ਨਾਲ ਦੇਖਾਂਗੇ, ਸਾਡੀ ਸੁਰਤ ਗੁਰਦੁਆਰੇ ਬੈਠ ਕੇ ਵੀ ਗੁਰੂ ਸ਼ਬਦ ਨਾਲ ਨਹੀਂ ਜੁੜਦੀ। ਗੁਰਦੁਆਰੇ ਬੈਠ ਕੇ ਵੀ ਸਾਡੀ ਸੁਰਤ ਗੁਰੂ ਸ਼ਬਦ ਨਾਲ ਨਹੀਂ ਕਨੈਕਟ ਹੁੰਦੀ। ਇੱਥੇ ਬੈਠ ਕੇ ਵੀ ਵਾਸਨਾਵਾਂ, ਰੂਪ ਰੰਗ, ਸੰਸਾਰ ਦੀਆਂ ਚੀਜ਼ਾਂ ਚੇਤੇ ਆਉਂਦੀਆਂ, ਸਾਡੇ ਜਿਹੜੀ ਅੰਦਰ ਦੀ ਸੁਰਤ ਹੈ ਕਿਤੇ ਹੋਰ ਭਜਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਮੈਂ ਪਰਿਵਾਰ ਦੇ ਵਿੱਚ ਰਹਿ ਕੇ ਵੀ ਆਪਣੀ ਸੁਰਤ ਨੂੰ ਉਸ ਸ਼ਬਦ ਵਿੱਚ ਜੋੜ ਲਿਆ ਹੈ। ਔਰ ਇੱਕ ਦਾਸ ਬੇਨਤੀ ਕਰੇ, ਹੋਰ ਕੋਈ ਤਰੀਕਾ ਵੀ ਨਹੀਂ ਹੈ ਜਿੰਨਾ ਚਿਰ ਆਪਣੀ ਸੁਰਤ ਨੂੰ, ਆਪਣੀ ਲਿਵ ਨੂੰ ਤੁਸੀਂ ਸ਼ਬਦ ਨਾਲ ਕਨੈਕਟ ਨਹੀਂ ਕਰੋਗੇ, ਸੰਸਾਰ ਦੇ ਝਮੇਲੇ ਤੁਹਾਨੂੰ ਦੁਖੀ ਹੀ ਰੱਖਣਗੇ। ਫਲਾਣੇ ਨੇ ਇਹ ਕਹਿ ਦਿੱਤਾ, ਇਹ ਹੋ ਗਿਆ, ਘਾਟਾ ਪੈ ਗਿਆ, ਇੱਦਾਂ ਹੋ ਗਿਆ, ਫਲਾਣੇ ਨੇ ਇਹ ਕਰਤਾ, ਅਸੀਂ ਉੱਥੇ ਹੀ ਟਿਕੇ ਰਹਾਂਗੇ। ਇਹੀ ਚੱਲਦਾ ਸਾਡੇ ਜੀਵਨ 'ਚ। ਔਰ ਦੁੱਖ ਦੇ ਕਾਰਨ ਵੀ ਕਈ ਵਾਰੀ ਅਸੀਂ ਦੇਖਦੇ ਹਾਂ ਇਹੀ ਕੁਛ ਹੁੰਦਾ। ਦੁੱਖ ਦਾ ਕੋਈ ਕਾਰਨ ਹੋ ਨਹੀਂ ਸਕਦਾ, ਪਰ ਕਾਰਨ ਅਸੀਂ ਬਣਾ ਲਏ ਹਨ। ਕਿਉਂ? ਕਿਉਂਕਿ ਆਪਣੀ ਸੁਰਤ ਨੂੰ ਇਹਨਾਂ ਝਮੇਲਿਆਂ ਦੇ ਵਿੱਚ ਪਾ ਲਿਆ। ਅਸੀਂ ਸ਼ਬਦ ਨਾਲੋਂ ਤੋੜ ਲਿਆ, ਗੁਰੂ ਦੇ ਗਿਆਨ ਨਾਲੋਂ ਤੋੜ ਲਿਆ, ਗੁਰੂ ਦੀ ਸਿੱਖਿਆ ਨਾਲੋਂ ਪਾਸੇ ਕਰ ਲਿਆ। ਜੋਗੀਆਂ ਨੂੰ ਕਿਹਾ ਸਤਿਗੁਰੂ ਜੀ ਨੇ ਕਿ ਮੈਂ ਆਪਣੀ ਸੁਰਤ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਲਿਆ, ਗੁਰੂ ਸ਼ਬਦ ਨਾਲ ਜੋੜ ਲਿਆ, ਅਤੇ ਉਸ ਪਰਮਾਤਮਾ ਦੇ ਨਾਮ ਨੂੰ ਮੈਂ ਬਖਿਆਨ ਕਰਦਾ ਰਹਿੰਦਾ ਹਾਂ। ਸ਼ਬਦ ਸੁਰਤ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਨਾਨਕ 'ਤੇ ਰੁਕਣਾ, ਨਾਮ ਵਖਾਣੇ। ਹੈ ਨਾਨਕ, ਮੈਂ ਨਾਮ ਨੂੰ ਵਖਿਆਨ ਕਰਦਾ ਰਹਿੰਦਾ ਹਾਂ। ਹੁਣ ਨਾਮ ਵੀ ਸਮਝਣ ਵਾਲਾ ਸਬਜੈਕਟ ਹੈ। ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜਿਉ। ਜਿਹੜਾ ਨਾਮ ਸੀ ਉਹ ਰੱਬ ਦਾ ਹੁਕਮ ਹੈ। ਇਹ ਗੱਲ ਸਤਿਗੁਰ ਨੇ ਮੈਨੂੰ ਸਮਝਾ ਦਿੱਤੀ ਹੈ। ਹੁਣ ਸਾਡੇ ਵਿੱਚ ਕੀ ਹੈ, ਅਸੀਂ ਨਾਮ ਕੁਛ ਹੋਰ ਸਮਝਦੇ ਹਾਂ, ਹੁਕਮ ਕੁਛ ਹੋਰ ਸਮਝਦੇ ਹਾਂ, ਗੱਲ ਬਣਦੀ ਨਹੀਂ। ਨਾਮ ਸਮਝਦੇ ਕਿ ਵਾਹਿਗੁਰੂ ਵਾਹਿਗੁਰੂ ਕਰ ਰਹੇ ਤਾਂ ਨਾਮ ਜਪ ਰਹੇ ਹਾਂ, ਕੋਈ ਰਾਮ ਰਾਮ ਕਰੇ ਉਹਨੂੰ ਭੁਲੇਖਾ ਵੀ ਸ਼ਾਇਦ ਮੈਂ ਨਾਮ ਜਪ ਰਿਹਾ। ਪਰ ਜੋ ਸਿੱਖਿਆ ਹੈ, ਜੋ ਉਪਦੇਸ਼ ਹੈ, ਜੋ ਗਿਆਨ ਹੈ, ਉਸ ਦੇ ਮੁਤਾਬਿਕ ਜੀਵਨ ਜੀਵਣਾ, ਉਸ ਹੁਕਮ ਵਿੱਚ ਆਪਣੇ ਆਪ ਨੂੰ ਤੋਰਨਾ ਹੀ ਨਾਮ ਜਪਣਾ ਹੈ। ਕਿਉਂਕਿ ਰਾਮ ਰਾਮ ਸਭ ਕੋ ਕਹਿ, ਕਹਿ ਰਾਮ ਨਾ ਹੋਏ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਕੇਵਲ ਕਹਿਣ ਨਾਲ ਨਹੀਂ ਪਰਮਾਤਮਾ ਦੀ ਪ੍ਰਾਪਤੀ।
ਤੇ ਅਸੀਂ ਸਮਝਿਆ ਇਹ ਵੀ ਸ਼ਾਇਦ ਕਹਿਣ ਨਾਲ ਪ੍ਰਾਪਤੀ ਹੁੰਦੀ ਹੈ। ਇੱਥੇ ਨਾਮ ਵਖਾਣਨ ਦਾ ਅਰਥ ਵੀ ਇਹ ਹੈ ਕਿ ਉਸ ਨਾਮ ਨੂੰ ਮੈਂ ਯਾਦ 'ਚ ਰੱਖਦਾ ਹਾਂ, ਉਸ ਨੂੰ ਹਰ ਵੇਲੇ ਧਿਆਨ 'ਚ ਰੱਖਦਾ ਹਾਂ, ਆਪਣੇ ਸੁਰਤ ਵਿੱਚ ਉਹਨੂੰ ਹਰ ਵੇਲੇ ਪਰੋ ਕੇ ਰੱਖਦਾ ਹਾਂ। ਇਸ ਗੱਲ ਨੂੰ ਹੋਰ ਥੋੜ੍ਹੀ ਜਿਹੀ ਜੇ ਗਹਿਰਾਈ ਵਿੱਚ ਲੈ ਕੇ ਜਾਈਏ, ਗੁਰੂ ਸਾਹਿਬ ਨੇ ਇੱਕ ਗੱਲ ਸਾਨੂੰ ਆਖੀ, ਮਹਾਰਾਜ ਕਹਿੰਦੇ ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ। ਅੱਠੇ ਪੈਰ ਕੋਈ ਚੀਜ਼ ਆਰਾਧਨੀ ਹੈ ਤਾਂ ਉਹ ਹੈ ਪੂਰੇ ਸਤਿਗੁਰੂ ਦੇ ਗਿਆਨ ਨੂੰ ਆਰਾਧਨਾ। ਆਪਾਂ ਮੂਰਤੀਆਂ ਆਰਾਧੀ ਜਾਂਦੇ ਹਾਂ, ਕਿਤਨੇ ਕਹਿੰਦੇ ਜੀ ਅਸੀਂ ਫੋਟੋ ਦੇ ਸਾਹਮਣੇ ਬਹਿ ਜਾਂਦੇ, ਕਿਤਨੇ ਫੋਟੋਆਂ ਨੂੰ ਧੋਪਾ ਦੇਈ ਜਾਂਦੇ ਆ। ਸਿੱਖੀ ਕਿਵੇਂ ਕਮਾਵਾਂਗੇ? ਸਿੱਖੀ ਨਾਲ ਕਿਵੇਂ ਕਨੈਕਟ ਹੋਵਾਂਗੇ? ਅਸੀਂ ਰੱਬ ਫੋਟੋ ਨੂੰ ਸਮਝੀ ਬੈਠੇ, ਅਸੀਂ ਗੁਰੂ ਨਾਨਕ ਉਸ ਫੋਟੋ ਨੂੰ ਮੰਨੀ ਬੈਠੇ ਵੀ ਸ਼ਾਇਦ ਇਹ ਫੋਟੋ ਗੁਰੂ ਨਾਨਕ ਹੈ, ਇਹ ਫੋਟੋ ਗੁਰੂ ਗੋਬਿੰਦ ਸਿੰਘ ਜੀ ਹੈ। ਅਸੀਂ ਉਹਨਾਂ ਦੀ ਵਿਚਾਰ, ਉਹਨਾਂ ਦੀ ਬਾਣੀ, ਉਹਨਾਂ ਦਾ ਸਿਧਾਂਤ ਇਹਨੂੰ ਤਿਆਗ ਕੇ ਉਸ ਨੂੰ ਬਹੁਤੀ ਤਰਜੀਹ ਦੇ ਰਹੇ ਹਾਂ। ਬਹੁਤਾ ਸਮਾਂ ਸਾਡਾ ਧੁੱਪ ਲਾਉਣ ਦੇ ਵਿੱਚ, ਅਗਰਬੱਤੀਆਂ ਜਗਾਉਣ ਵਿੱਚ ਹੀ ਲੰਘ ਜਾਂਦਾ। ਪਿਆਰ ਵਾਲੋ, ਸੱਚ ਜਾਣਨ ਕਈ ਥਾਂ 'ਤੇ ਜਾਈਦਾ ਨਾ ਅਖੰਡ ਪਾਠ, ਅਤੇ ਪਰਿਵਾਰ ਦਾ ਸਾਰਾ ਜ਼ੋਰ ਦੋ ਤਿੰਨ ਚੀਜ਼ਾਂ 'ਤੇ ਲੱਗਿਆ ਹੁੰਦਾ ਵੀ ਕਿਤੇ ਜੋਤ ਨਾ ਬੁੱਝ ਜਾਏ, ਕਿਤੇ ਧੁੱਪ ਜਿਹੜੀ ਲਾਈ ਹੈ, ਅਗਰਬੱਤੀ ਜਿਹੜੀ ਲਾਈ ਹੈ ਉਹ ਕਿਤੇ ਬੁੱਝ ਨਾ ਜਾਏ, ਪਾਠੀ 'ਤੇ ਪਾਠ ਹੋਵੇ ਨਾ ਹੋਵੇ, ਧੂੰਆਂ ਚੜਿਆ ਪੂਰਾ, ਪਰੇਸ਼ਾਨ ਹੈ, ਖੰਘ ਲੱਗੀ, ਇਸ ਕਰਕੇ ਪਰਿਵਾਰ ਨੂੰ ਕੋਈ ਮਤਲਬ ਨਹੀਂ ਹੁੰਦਾ। ਉਹਨਾਂ ਦਾ ਧਿਆਨ ਕੇਵਲ ਇਹ ਹੁੰਦਾ ਵੀ ਇਹ ਚੀਜ਼ਾਂ ਕਿਤੇ ਐਸਾ ਨਾ ਹੋਵੇ ਕਿਤੇ ਪਾਠ ਖੰਡਿਤ ਨਾ ਹੋ ਜਾਏ। ਉਹਨਾਂ ਨੇ ਇਸ ਚੀਜ਼ ਨੂੰ ਖੰਡਿਤ ਸਮਝਿਆ, ਪਾਠ ਨੂੰ। ਬਾਣੀ ਵੱਲ ਕੋਈ ਧਿਆਨ ਨਹੀਂ, ਗੁਰੂ ਸਾਹਿਬ ਜੀ ਕੀ ਕਰ ਰਹੇ ਨੇ ਕੋਈ ਮਤਲਬ ਨਹੀਂ। ਚਾਹੀਦਾ ਤਾਂ ਪਿਆਰਿਓ ਇਹ ਸੀ ਕਿ ਗੁਰੂ ਮਹਾਰਾਜ ਕੀ ਸਮਝਾਉਣਾ ਚਾਹ ਰਹੇ ਨੇ, ਬਾਣੀ ਰਾਹੀਂ ਸਤਿਗੁਰੂ ਦਾ ਉਪਦੇਸ਼ ਕੀ ਹੈ। ਜਿਤਨਾ ਸਮਾਂ ਮਿਲਦਾ ਸੀ ਧਿਆਨ ਨਾਲ ਉਪਦੇਸ਼ ਸੁਣਦੇ, ਬਾਣੀ ਸੁਣਦੇ, ਉਸ ਨੂੰ ਮਨਨ ਕਰਦੇ ਵੀ ਸੱਚੇ ਪਾਤਸ਼ਾਹ ਤੁਸੀਂ ਕੁਝ ਹੋਰ ਕਹਿੰਦੇ ਹੋ, ਅਸੀਂ ਕਰਦੇ ਕੁਝ ਹੋਰ ਹਾਂ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਅਸਲ ਜੋਗੀ ਉਹੀ ਹੈ ਜਿਹੜਾ 9 ਨਦੀਆਂ ਵਾਲੇ ਨਾਮ ਨੂੰ ਆਪਣੇ ਜੀਵਨ ਵਿੱਚ ਵਸਾਉਂਦਾ ਹੈ, ਉਸ ਨੂੰ ਪ੍ਰਾਪਤ ਕਰ ਲੈਂਦਾ ਹੈ, ਅਤੇ ਨਾਲ ਆਪਣੇ ਇਸ ਆਤਮੇ ਨੂੰ ਜਿਹੜਾ ਮਾਇਆ ਦੇ ਵਿੱਚ ਖਚਿਤ ਹੈ ਉਸ ਨੂੰ ਉਪਰਾਮ ਕਰ ਲੈਂਦਾ ਹੈ। ਅਗਲੇ ਵਚਨ ਕੀਤੇ, ਆਸਾ ਬਟੁਆ ਏਕ ਬਿਹਤਰ ਆਧਾਰੀ, ਏਕੋ ਜਿਸੈ ਦੁਆਰਾ। ਆਖਣ ਲੱਗੇ ਉਹ ਜੋਗੀ ਇੱਕ ਪ੍ਰਭੂ ਨਾਮ ਨੂੰ ਆਪਣਾ ਬਟੂਆ ਬਣਾਉਂਦਾ ਹੈ। ਬਟੂਆ ਏਕ ਦਾ ਤਾਂ ਇੱਕ ਪ੍ਰਭੂ ਦੇ ਨਾਮ ਨੂੰ, ਪਰਮਾਤਮਾ ਦੀ ਸਿਫਤ ਨੂੰ ਉਹ ਕੀ ਬਣਾਉਂਦਾ? ਆਪਣਾ ਬਟੂਆ ਬਣਾਉਂਦਾ ਹੈ। ਬਟੂਆ ਕੀ ਹੁੰਦਾ ਹੈ? ਜਿਹਦੇ ਵਿੱਚ ਅਸੀਂ ਪੈਸੇ ਰੱਖਦੇ ਹਾਂ, ਕੀਮਤੀ ਚੀਜ਼ ਰੱਖਦੇ ਹਾਂ, ਗਹਿਣੇ ਰੱਖਦੇ ਹਾਂ। ਅਸੀਂ ਜਦੋਂ ਘਰੋਂ ਨਿਕਲਦੇ ਹਾਂ ਤਾਂ ਬਟੂਆ ਲੈ ਕੇ ਚੱਲਦੇ ਹਾਂ ਵੀ ਬਾਜ਼ਾਰ ਤੋਂ ਸਮਾਨ ਖਰੀਦਣਾ ਅਤੇ ਪੈਸੇ ਬਟੂਏ 'ਚ ਲੈ ਕੇ ਆਉਣੇ। ਭਗਤ ਕਬੀਰ ਸਾਹਿਬ ਕਹਿੰਦੇ ਉਹ ਜੋਗੀ ਇੱਕ ਪਰਮਾਤਮਾ ਦੇ ਨਾਮ ਨੂੰ, ਵਾਹਿਗੁਰੂ ਦੀ ਸਿਫਤ ਨੂੰ ਆਪਣਾ ਬਟੂਆ ਬਣਾਉਂਦਾ ਹੈ। ਬਿਹਤਰ ਆਧਾਰੀ ਅਤੇ ਬਿਹਤਰ ਨਾੜੀਆਂ ਵਾਲੇ ਸਰੀਰ ਨੂੰ ਝੋਲੀ ਬਣਾਉਂਦਾ ਹੈ, ਜਿਹਦੇ ਵਿੱਚ ਇਹ ਬਟੂਆ ਰੱਖਣਾ, ਜਿਸ ਵਿੱਚ ਨਾਮ ਨੂੰ ਟਿਕਾਣਾ। ਫਿਰ ਕਹਿਣ ਲੱਗੇ ਏਕੋ ਜਿਸੈ ਦੁਆਰਾ, ਜਿਸ ਸਰੀਰ ਵਿੱਚ ਪ੍ਰਭੂ ਨੂੰ ਮਿਲਣ ਲਈ ਇੱਕੋ ਹੀ ਦੁਆਰ ਹੈ, ਇੱਕੋ ਹੀ ਬੂਆ ਹੈ, ਉਹ ਹੈ ਦਿਮਾਗ ਰੂਪ ਇੱਕੋ ਬੂਆ, ਜਿਹਨੂੰ ਲੋਕਾਂ ਨੇ ਦਸਮ ਦੁਆਰ ਵੀ ਕਹਿ ਦਿੱਤਾ, ਜਿਹਨੂੰ ਲੋਕਾਂ ਨੇ ਹੋਰ ਬੜਾ ਕੁਛ ਆਖਿਆ। ਕਹਿੰਦੇ ਨੇ ਇਸ ਸਰੀਰ ਦੇ ਵਿੱਚ ਪ੍ਰਭੂ ਨੂੰ ਮਿਲਣ ਲਈ ਦਿਮਾਗ ਰੂਪੀ ਇੱਕੋ ਹੀ ਬੂਆ ਲੱਗਿਆ ਹੋਇਆ। ਅਤੇ ਇਸ ਦਾ ਸਬਜੈਕਟ ਇਹ ਹੋ ਗਿਆ ਵੀ ਰੱਬ ਨੂੰ ਮਿਲਣਾ ਹੈ ਅਤੇ ਦਿਮਾਗ ਦੀ ਲੋੜ ਹੈ। ਅਸੀਂ ਤਾਂ ਜਿਤਨੇ ਕੰਮ ਕਰਦੇ ਦਿਮਾਗ ਨੂੰ ਪਾਸੇ ਕਰਕੇ ਕਰੀ ਜਾਂਦੇ। ਗੁਰੂ ਕਹਿੰਦਾ ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨ, ਅਕਲੀ ਪੜ੍ਹਕੈ ਬੁੱਝੀਐ, ਅਕਲੀ ਪਾਈਐ ਮਾਨ। ਅਕਲ ਲਾਉਂਦੇ ਹੀ ਕੋਈ ਨਹੀਂ। ਸਿੱਖ ਨੂੰ ਕਹਿ ਕੇ ਵੇਖੋ ਵੀ ਕਿਤੇ ਅਕਲ ਵੀ ਵਰਤ ਲਿਆ ਕਰ। ਉਹ ਕਹਿੰਦੇ ਤੁਸੀਂ ਕੌਣ ਹੁੰਦੇ ਹੋ? ਸਾਨੂੰ ਅਕਲ ਦੇਣ ਵਾਲੇ ਤੁਸੀਂ ਕੌਣ ਹੁੰਦੇ ਹੋ? ਗੁਰੂ ਕੁਝ ਹੋਰ ਕਹਿ ਰਿਹਾ, ਸਿੱਖ ਕੁਝ ਹੋਰ ਕਰ ਰਿਹਾ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਉਹ ਕੀ ਕਰਦਾ ਹੈ, ਉਹ ਸਰੀਰ ਦੇ ਵਿੱਚ ਪ੍ਰਭੂ ਨੂੰ ਮਿਲਣ ਲਈ ਪਰਮਾਤਮਾ ਨੇ ਇੱਕੋ ਬੂਹਾ ਲਾਇਆ, ਉਹ ਹੈ ਦਿਮਾਗ ਰੂਪੀ ਇੱਕੋ ਬੂਹਾ ਹੈ, ਦਰਵਾਜ਼ਾ। ਅਸਲ ਵਿੱਚ ਦਿਮਾਗ ਹੀ ਹੈ, ਮੈਂ ਬੇਨਤੀ ਕਰਾਂ, ਜਿਹੜਾ ਦਿਖਾਇਆ ਨਹੀਂ ਜਾ ਸਕਦਾ, ਜਿਹਨੂੰ ਮਹਾਰਾਜ ਕਹਿੰਦੇ 9 ਦੁਆਰੇ ਪ੍ਰਗਟ ਕੀਏ
ਦਸਵਾਂ ਗੁਪਤ ਰਖਾਇਆ। ਤੁਸੀਂ ਚੁੱਪ ਬਹਿ ਜਾਓ। ਤੁਸੀਂ 9 ਦਰਵਾਜ਼ਿਆਂ ਵੱਲ ਇਸ਼ਾਰਾ ਕਰਕੇ ਦੱਸ ਸਕਦੇ ਹੋ ਮੇਰੇ ਸਰੀਰ ਦੇ 9 ਦਰਵਾਜ਼ੇ ਨੇ, ਪਰ 10ਵੇਂ ਵੱਲ ਤੁਸੀਂ ਇਸ਼ਾਰਾ ਕਰਕੇ ਦੱਸ ਨਹੀਂ ਸਕਦੇ ਵੀ 10ਵਾਂ ਮੇਰੇ ਕੋਲ ਹੈ। ਪਰ ਜਦੋਂ ਤੁਸੀਂ ਬੋਲਦੇ ਹੋ, ਜਦੋਂ ਤੁਸੀਂ ਗੱਲ ਕਰਦੇ ਹੋ, ਤਾਂ ਤੁਹਾਡਾ ਫਿਰ ਦਿਮਾਗ ਦਾ ਲੈਵਲ ਪਤਾ ਲੱਗਦਾ ਹੈ, ਤੁਹਾਡੀ ਵਿਚਾਰ ਦਾ ਲੈਵਲ ਪਤਾ ਚੱਲਦਾ, ਤੁਸੀਂ ਕਿਸ ਲੈਵਲ 'ਚ ਜੀ ਰਹੇ ਹੋ, ਤੁਹਾਡੀ ਵਿਚਾਰਧਾਰਾ ਕੀ ਹੈ। ਇਹ ਜਿਹੜਾ ਸਬਜੈਕਟ ਹੈ ਹੀ ਦਿਲ ਦਿਮਾਗ ਦਾ ਹੈ। ਪਰ ਸਾਡੇ ਨਾਲ ਪਤਾ ਕੀ ਹੋ ਰਿਹਾ, ਅਸਲ ਦੇ ਵਿੱਚ ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਮਤ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਮਨ ਨੇ। ਚਾਹੀਦਾ ਇਹ ਸੀ ਕਿ ਮਤ ਦੇ, ਕਿਉਂਕਿ ਮਤ ਸੋਚਣ ਦਾ ਕੰਮ ਕਰਦੀ, ਮਨ ਸੋਚਣ ਦਾ ਕੰਮ ਨਹੀਂ ਕਰਦਾ। ਫਿਰ ਗੱਲ ਨੂੰ ਸਮਝਿਓ, ਮਨ ਸੋਚਣ ਦਾ ਕੋਈ ਕੰਮ ਨਹੀਂ ਕਰਦਾ, ਮਨ ਦਾ ਸੋਚਣ ਦਾ ਕੋਈ ਕੰਮ ਨਹੀਂ ਹੈ। ਸੋਚਣ ਦਾ ਕੰਮ ਕਿਹਦਾ ਜੀ? ਮਤ ਦਾ। ਡਿਊਟੀ ਕਿਹਦੀ ਲੱਗੀ ਹੋਈ ਹੈ? ਮਤ ਦੀ। ਚਾਹੀਦਾ ਇਹ ਸੀ ਕਿ ਇਹ ਮਨ ਮਤ ਦੇ ਮੁਤਾਬਿਕ ਹੁੰਦਾ, ਪਰ ਹੈਰਾਨੀ ਦੀ ਗੱਲ, ਸਾਡੀ ਮਤ ਮਨ ਦੇ ਮੁਤਾਬਿਕ ਚੱਲ ਰਹੀ ਹੈ। ਇਸ ਕਰਕੇ ਕੀ ਕਹੇਗਾ? ਮਨ ਮਤ। ਇਸ ਕਰਕੇ ਕੀ ਕਹੇਗਾ? ਮਨ ਮੁਖ। ਕਿਉਂਕਿ ਮਨਮਤ ਕਿਉਂ ਕਿਹਾ? ਕਿਉਂਕਿ ਮਨ ਦੀ ਮਤ ਲੈ ਰਿਹਾ ਬੰਦਾ, ਆਪਣੇ ਦਿਮਾਗ ਤੋਂ ਨਹੀਂ ਸੋਚ ਰਿਹਾ। ਜੋ ਮਨ ਕਹਿ ਰਿਹਾ ਉਹ ਕਰੀ ਜਾ ਰਿਹਾ। ਜੋ ਗੁਰਮਤ ਕਿਉਂ ਕਿਹਾ ਗਿਆ? ਕਿਉਂ ਗੁਰੂ ਦੀ ਮਤ। ਆਪਾਂ ਇੱਥੇ ਆਏ ਹਾਂ ਨਾ, ਇੱਥੇ ਆਪਾਂ ਗੁਰਮਤ ਲੈਣ ਵਾਸਤੇ ਆਏ ਹਾਂ ਵੀ ਸਾਡੀ ਮਤ ਜਿਹੜੀ ਹੈ ਉਹ ਸਾਨੂੰ ਭਟਕਾਉਂਦੀ ਹੈ। ਤਾਂ ਹੀ ਤਾਂ ਵਾਰ-ਵਾਰ ਅਰਦਾਸਾਂ ਲਿਖੀਆਂ ਬਾਣੀ 'ਚ ਕਿ ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾਂ। ਹੁਣੀ ਜਦੋਂ ਰਹਿਰਾਸ ਸਾਹਿਬ ਦੇ ਪਾਠ ਦੀ ਸਮਾਪਤੀ ਹੋਈ, ਉਸ ਵੇਲੇ ਮੁੱਖ ਵਾਕ ਆਇਆ ਸੀ। ਮੁੱਖ ਵਾਕ ਦੇ ਬਚਨ ਸਨ, ਮਹਾਰਾਜ ਕਹਿੰਦੇ ਨੇ, ਪਿਆਰੇ ਇਨ ਬਿਦ ਮਿਲਨ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਬਾਰ ਬਾਰ ਇਹ ਸਾਮਤ ਦੀਜੈ ਜਿਤ ਵਿਸਰੈ ਨਾਹੀ, ਸਾਮਤ ਦੀਜੈ ਜਿਤ ਤੁਧ ਤਿਹਾਈ। ਬਾਰ ਬਾਰ ਇਹ ਮੰਗ ਕੀਤੀ ਜਾ ਰਹੀ ਹੈ ਵੀ ਉਹ ਮਤ ਦੇ ਜੋ ਤੂੰ ਭੁੱਲੇ ਨਾ, ਉਹ ਮਤ ਦੇ ਤੂੰ ਵਿਸਰ ਨਾ ਜਾਏ। ਕਿਉਂਕਿ ਇਸ ਮਨਮਤ ਜਿਹੜੀ ਹੈ ਉਹ ਸਾਡੀ ਇਸ ਦਿਮਾਗ ਨੂੰ, ਸਾਡੇ ਇਸ ਮਤ ਨੂੰ ਆਪਣੇ ਚੱਕਰ 'ਚ ਪਾ ਲੈਂਦੀ ਹੈ। ਅਤੇ ਇਸ ਕਰਕੇ ਅਸੀਂ ਫਿਰ ਸੰਸਾਰ ਦੇ ਵਿੱਚ ਦੁਖੀ ਹੁੰਦੇ ਹਾਂ। ਜੇ ਕਿਤੇ ਇਹ ਜਿਹੜੀ ਸਾਡੇ ਕੋਲ ਇੱਕ ਬੁਆ ਹੈ ਨਾ, ਇਹ ਬੁਆ ਗੁਰਮਤ ਨੂੰ ਧਾਰਨ ਕਰ ਲਵੇ, ਬੰਦੇ ਦਾ ਜਿਹੜਾ ਦਿਮਾਗ ਹੈ ਉਹ ਗੁਰਮਤ ਨੂੰ ਗ੍ਰਹਿਣ ਕਰ ਲਵੇ, ਇਸ ਤਰ੍ਹਾਂ ਕਹਿ ਲਵਾਂ ਸੌਖੇ ਲਫ਼ਜ਼ਾਂ ਦੇ ਵਿੱਚ, ਵੀ ਸਾਡਾ ਜਿਹੜਾ ਦਿਮਾਗ ਹੈ, ਸਾਡੀ ਜਿਹੜੀ ਬੁੱਧ ਹੈ, ਸਾਡੀ ਜਿਹੜੀ ਸੁਰਤ ਹੈ, ਜੇ ਇਸ ਦੀ ਘਾੜਤ ਜਿਹੜੀ ਹੈ ਉਹ ਗੁਰੂ ਸ਼ਬਦ ਤੋਂ ਹੋਏ। ਦੇਖੋ ਗੁਰਦੁਆਰੇ ਆਏ ਹਾਂ, ਮਹਾਰਾਜ ਕਹਿੰਦੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਇਸ ਕਰਕੇ ਆਏ ਗੁਰਦੁਆਰੇ, ਕਿਉਂਕਿ ਇਸ ਦਰ 'ਤੇ ਇਹ ਮਨ ਮਤ ਸੁਰਤ ਬੁੱਧ ਘੜੀ ਜਾਂਦੀ ਹੈ। ਪਰ ਕੋਈ ਚੀਜ਼ ਘੜੀ ਤਾਂ ਜਾ ਸਕਦੀ ਹੈ ਜੇ ਤੁਸੀਂ ਅਰਪਣ ਕਰੋ। ਮੈਂ ਇੱਕ ਲਲਾਰੀ ਦੀ ਘਟਨਾ ਪੜ੍ਹ ਰਿਹਾ ਸੀ। ਕਹਿੰਦੇ ਇੱਕ ਵੱਡੇ ਚੰਗੇ ਰਸੂਖ ਵਾਲੇ ਪਰਿਵਾਰ ਦੀਆਂ 2 ਧੀਆਂ ਲਿਲਾਰੀ ਕੋਲ ਆਈਆਂ। ਲਿਲਾਰੀ ਕੋਲ ਆਈਆਂ ਅਤੇ ਕਹਿਣ ਲੱਗੀਆਂ, ਵੀਰਾ ਸਾਡੀ ਚੁੰਨੀ ਰੰਗਣੀ ਹੈ। ਉਹ ਕਹਿਣ ਲੱਗਾ, ਕੋਈ ਨਹੀਂ, ਮੇਰਾ ਕੰਮ ਰੰਗਣ ਦਾ ਹੈ, ਤੁਸੀਂ ਚੁੰਨੀਆਂ ਉਤਾਰ ਕੇ ਮੈਨੂੰ ਦੇ ਦਿਓ, ਮੈਂ ਰੰਗ ਦਿੰਦਾ। ਉਹ ਕਹਿਣ ਲੱਗੇ, ਅਸੀਂ ਆਪਣਾ ਸਿਰ ਨੰਗਾ ਨਹੀਂ ਕਰ ਸਕਦੀਆਂ ਕਿਉਂਕਿ ਅਸੀਂ ਚੰਗੇ ਖਾਨਦਾਨ ਦੀਆਂ ਧੀਆਂ, ਤੂੰ ਇੰਝ ਹੀ ਰੰਗ ਦੇ। ਲਿਲਾਰੀ ਹੱਥ ਜੋੜ ਕੇ ਕਹਿੰਦਾ, ਭੈਣੇ ਵੀ ਜਿੰਨਾ ਚਿਰ ਤੁਸੀਂ ਚੁੰਨੀ ਉਤਾਰ ਕੇ ਮੈਨੂੰ ਨਹੀਂ ਦੇਣੀਆਂ ਉਨਾ ਚਿਰ ਇਹ ਰੰਗੀ ਨਹੀਂ ਜਾ ਸਕਦੀ। ਉਹ ਦੇਣ ਵਾਸਤੇ ਤਿਆਰ ਨਹੀਂ ਅਤੇ ਉਹ ਰੰਗ ਕਿਵੇਂ ਦੇਵੇ? ਇਹੀ ਹਾਲਤ ਸਾਡੀ ਮਨੋਦਸ਼ਾ ਹੈ। ਗੁਰੂ ਕਹਿੰਦਾ ਹੈ ਕਿ ਆਪਣੀ ਮਤ ਸਾਨੂੰ ਦੇ ਜਾ, ਮੈਂ ਤੈਨੂੰ ਘੜ ਦਿੰਦਾ। ਸਿੱਖ ਕਹਿੰਦਾ ਮੈਂ ਦੇਣੀ ਕੋਈ ਨਹੀਂ। ਅਸੀਂ ਗੁਰੂ ਕੋਲ ਇਸ ਕਰਕੇ ਆਉਣਾ ਕਿ ਗੁਰੂ ਸਾਹਿਬ ਸਾਡੀ ਇਸ ਮਤ ਨੂੰ ਘੜ ਦੇਣ, ਸਾਡੇ ਇਸ ਚੋਲੇ ਨੂੰ ਘੜ ਦੇਣ।
काया रंगन जेठिए प्यारे पाइए, नाव मजीठ रंगन वाला जे रंगै साहिब, ऐसा रंग ना डीठ। पर सिख अपनी मत गुरु अगे देण वास्ते तैयार नहीं। गुरु नूं कही जांदा रंग दे, किवें रंगेगा गुरु, किवें प्रेम पाएगा साडी मत विच। मत्था टेक के मत्ता नाल ही लैके चले जाते हैं, गुरु नूं अर्पण ही नहीं करते। कबीर साहब कहते ने उस रब तक मिलन वास्ते इक्को ही बुआ है, वह है दिमाग रूपी बुआ। इनू दसम द्वार कह लो, इनू दिमाग कह लो। हुण दिमाग रूपी जिहड़ा बुआ ये दिखाया जा सकता जी? तुसीं अपने दिमाग नूं दिखा दोगे किसी नूं? नहीं दिखाया जा सकता। ये गुप्ती है ना सारिਆਂ कोल। महाराज कहते मैं दिखा दूँ। सतगुरु दसो किवें? महाराज कहते गुरुद्वारे लाए भावनी, एक ना 10वां द्वार दिखाया। ਜਦੋਂ कोई सिख गुरुद्वारे भावना नाल आउंदा है, श्रद्धा नाल आउंदा है, फिर गुरु कृपा कर दिंदा है। ਇੱਥੇ ਤਾਂ ਆਉਣਾ ਨਾ ਤਾਂ ਪੋਥੀ ਪੁਰਾਣ ਕਮਾਈਐ, ਬਹੁ ਵੱਟੀ ਇਤਨ ਪਾਈਐ, ਸੱਚ ਬੂਝਨ ਆਨ ਜਲਾਈਐ। ਦੀਵਾ ਖਾਲੀ ਨਹੀਂ ਚਾਹੀਦਾ ਫਿਰ। ਤੇ ਜੇ ਮੇਰੇ ਵਰਗਾ ਦੀਵਾ ਖਾਲੀ ਆ ਕੇ ਰੱਖ ਦੇਵੇ, ਬੱਟੀ ਵੀ ਨਹੀਂ, ਤੇਲ ਵੀ ਨਹੀਂ, ਗੁਰੂ ਕਹੇਗਾ ਕਿਵੇਂ ਜਲਾਵਾਂ? ਸਰਦਾ ਦਾ ਤੇਲ ਤਾਂ ਚਾਹੀਦਾ ਹੈ, ਪੈਸੇ ਦੀ ਬੱਟੀ ਤਾਂ ਚਾਹੀਦੀ ਹੈ। ਡਰ ਤਾਂ ਹੋਵੇ ਗੁਰੂ ਦਾ, ਤੈਨੂੰ ਡਰ ਹੀ ਕੋਈ ਨਹੀਂ। कबीर साहब कहते हैं जो इस शरीर दे विच परमात्मा नूं मिलन वास्ते दिमाग रूपी इक्को ही बूआ लाया परमात्मा ने, होर किसी बूए तो मिलाप नहीं हो सकता। होर भावें जितने मर्जी कर्म कांड कर लो, जो मर्जी कर लो, जो मर्जी करी जाओ, पर रब की प्राप्ति इस दिमाग दे थणी होनी है। ये दरवाजा है दिमाग रूपी। क्योंकि शरीर दे बाकी जिहड़े अंग ने, कन शब्द सुन सकते ने, अखां शब्द देख सकदियां, पर दिमाग है वो विचार सकता है। एक बार उच्चारण करो, सतनाम। रसना बोल सकती है थाड़ी, रसना बोल लैगी, अखां देख लैणगियां, कन सुन लैणगे, पर जे विचारिया ना गया शब्द तक जिंदगी भर पढ़ते रवांगे, गुरु नूं मत्था टेकते रवांगे, पर जीवन नहीं चेंज होना। ताई महाराज कहते सतगुर नूं सब नूं वेखदा जेता, जगत संसार डिठै, मुकत ना होवे, जिचर शब्द ना करे विचार। वेखदे मुक्ति नहीं। असीं सोचदे मत्था टेक लिया, गल खत्म हो गई। बाणी पढ़ ली, रसना नाल गल खत्म हो गई। अखां नाल गुरु ने दीदार कर लिया, गल खत्म हो गई। कन्नां नाल कथा सुन ली, कीर्तन सुन लिया, गल खत्म हो गई। दिमाग दिता विचारन वास्ते। जो कथा हुई, जो कीर्तन होया, जो पाठ होया, वो कह की रहा है? तो जे विचारिया नहीं तो फिर सत वचन बोलना गुरु दे, बड़े कड़े वचन ने। महाराज कहने ने सेवक सिख पूजन सब आमै, सब गामै हर हर उत्तम बाणी। गाविया सुनिया तिनका हर थाएं पावै, जिन सतगुर की आज्ञा सत सत कर मानी। मैं तो समझदा सी गा लिया बस गल खत्म हो गई। महाराज कहते नहीं, सुनन ते गा के कुछ नहीं पढ़ना, जे गुरु की आज्ञा नूं सत करके नहीं मन्निया। इत्थे प्रॉब्लम हो रही बस साडी। शीश झुका लैंदे हाँ, गुरु का शब्द पढ़ लैंदे हाँ, पर गुरु की आज्ञा मनन वास्ते तैयार नहीं। गुरु तो बार बार कहता है कि गुर सिख मीत, चलो गुर चाली, जो गुर कहे सोई पल मानो, हर हर कथा निराली। जो गुरु कहता उन्होंने भला करके मन लै, पर बंदे के अंदर तो अपनी तर्क चल रही है। ये किमें हो सकता है, इंज किमें हो सकता है? फिर महाराज कहते अगले वचन, नवे खंड की पृथ्वी मांगे, सो जोगी जग सारा। आखन लगे वो जोगी शरीर के अंदर ही टिक के, नवे खंड 9 द्वारा वाला ये शरीर। नवे खंड किनू कह रहे हैं? 9 दरवाज़ों वाला शरीर, 9 खंडा वाला शरीर। पृथ्वी का अर्थ है शरीर, मांगे का अर्थ है और कि वह जोगी जिहड़ा है शरीर के अंदर टिक के ही प्रभु के नाम की भिख्या मंगता है। वो कहता सचे पातशाह हम भिखक भिखारी तेरे, तू निजपत है दाता, हूँ दयाल दान देहो मंगत, जन को सदा रहो रंग राता। कृपा कर दे मेरे ते।
ਇਹ ਮੰਗ ਕਰਦਾ ਹੈ, ਹਿਰਦੇ ਅੰਦਰ ਜੁੜ ਕੇ ਮੰਗ ਕਰਦਾ ਹੈ, ਅੰਦਰੋਂ ਟਿਕ ਕੇ ਮੰਗ ਕਰਦਾ ਹੈ, ਸੁਚੇਤ ਹੋ ਕੇ ਮੰਗ ਕਰਦਾ ਹੈ। ਮੰਗ ਕੀ ਰਿਹਾ, ਮੰਗਣ ਲੱਗਿਆ ਧਿਆਨ ਰੱਖਣਾ ਚਾਹੀਦਾ ਹੈ। ਇਸ ਕਰਕੇ ਜਦੋਂ ਅਸੀਂ ਸਮਾਜਿਕ ਅਤੇ ਰਾਜਨੀਤਿਕ ਹਾਲਤ ਦੇਖਦੇ ਨਾ, ਆਪਣੇ ਸਮਾਜ ਦੀ ਅਤੇ ਰਾਜਨੀਤਿਕ ਹਾਲਤ ਜਦੋਂ ਦੇਖਦੇ ਹਾਂ ਅਤੇ ਲੋਕਾਂ ਦੀ ਮੰਗ ਕੀ ਹੈ, 2 ਕਿਲੋ ਆਟਾ, 4 ਕਿਲੋ ਚਨੇ ਦੀ ਦਾਲ, ਹੋਰ ਇਹ ਫਲਾਣੇ ਫਲਾਣੇ ਸਮਾਨ ਮਿਲ ਜਾਣ। ਮੰਗ ਨਹੀਂ ਹੈ ਵਧੀਆ ਐਜੂਕੇਸ਼ਨ, ਮੰਗ ਨਹੀਂ ਹੈ ਵਧੀਆ ਸਮਾਜ, ਮੰਗ ਨਹੀਂ ਹੈ ਵਧੀਆ ਪ੍ਰਬੰਧ, ਨਹੀਂ ਸਾਡੀ ਮੰਗ ਹੈ। ਅਸੀਂ ਤਾਂ ਆਟਾ, ਦਾਲ, ਸ਼ਰਾਬ ਦੀ ਬੋਤਲ 'ਤੇ ਖੁਸ਼ ਹੋ ਕੇ ਵੋਟ ਪਾ ਦਿੰਦੇ ਹਾਂ। ਬਸ 1000 ਰੁਪਏ ਮਿਲ ਗਏ, ਸ਼ਰਾਬ ਦੀ ਬੋਤਲ ਮਿਲ ਗਈ, ਲਓ ਜੀ ਵੋਟ ਪਾਤੇ। 5 ਸਾਲ ਵਾਸਤੇ ਅਸੀਂ ਤੰਗ ਹੁੰਦੇ ਹਾਂ, ਸਾਨੂੰ ਕੋਈ ਉਸਦਾ ਬਾਅਦ ਦੇ ਵਿੱਚ ਅਸੀਂ ਕਹਿੰਦੇ ਵੀ ਚੰਗਾ ਨਹੀਂ ਹੋਇਆ ਜੀ, ਸਰਕਾਰ ਮਾੜੀ ਆ ਗਈ। ਕਿਹਨੇ ਬਣਾਈ ਸਰਕਾਰ? ਦੋਸ਼ ਕਿਹਨੂੰ ਦੇ ਰਹੇ ਹੋ? ਗੁਰੂ ਨੇ ਕਹਿਣਾ ਨਹੀਂ ਵੀ ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਕਿਹਨੂੰ ਦੋਸ਼ ਦਾਂਗੇ? ਦੋਸ਼ ਦੇहे ਤੂੰ ਇਸ ਕੋ ਮਰ ਕਹਿੰਦੇ ਸੈਪ ਨਾ ਕੀਆ ਕਰਾ। ਤੂੰ ਕਿਹਨੂੰ, ਇਹ ਪ੍ਰਾਣੀ ਕਿਹਨੂੰ ਦੋਸ਼ ਦੇਂਗਾ? ਤੂੰ ਆਪਣੇ ਕੀਤੇ ਹੋਏ ਕੰਮਾਂ ਦਾ ਭੋਗ ਰਿਹਾ, ਤੂੰ ਕਿਹਨੂੰ ਦੋਸ਼ ਦੇਂਗਾ? ਸੈ ਆਪਣਾ ਕੀਆ ਕਰਾ ਰਹਾ ਹੈ, ਤੂੰ ਜੋ ਕਰ ਰਿਹਾ ਉਹ ਲਿਖ ਦਿੱਤਾ, ਉਹ ਫਿਰ ਤੈਨੂੰ ਭੋਗਣਾ ਪੈ ਰਿਹਾ ਹੈ। ਕਿਹਨੂੰ ਦੋਸ਼ ਦੇਂਗਾ, ਕਿਹਨੂੰ ਦੋਸ਼ੀ ਠਹਿਰਾਏਂਗਾ? ਇਸ ਕਰਕੇ ਕਬੀਰ ਸਾਹਿਬ ਇਹ ਸਮਝਾ ਰਹੇ ਨੇ, ਟਿਕ ਕੇ ਆਪਣੇ ਹਿਰਦੇ ਵਿੱਚ ਸੁਚੇਤ ਹੋ ਕੇ ਜਦੋਂ ਮੰਗ ਕਰੇ ਤਾਂ ਧਿਆਨ ਨਾਲ ਮੰਗੇ। ਅਤੇ ਇੱਕ ਗੱਲ ਮੈਂ ਬੇਨਤੀ ਕਰਾਂ, ਮੰਗ ਇੱਥੇ ਹੀ ਨਹੀਂ ਵੀ ਗੁਰਦੁਆਰੇ ਅੱਗੇ ਖੜ੍ਹ ਕੇ ਮੰਗਣਾ। ਦੁਨੀਆ ਦੇ ਜਿੱਥੇ ਮਰਜ਼ੀ ਕੋਨੇ ਵਿੱਚ ਜਾ ਕੇ ਮੰਗ ਲਓ, ਪਰ ਮੰਗਣ ਦਾ ਤਰੀਕਾ ਸਿੱਖ ਲਓ। ਉਚਾਰਨ ਕਰੋ ਸਤਿਨਾਮ ਮਹਾਰਾਜ, ਕਿਉਂਕਿ ਬਾਣੀ 'ਚ ਲਿਖਿਆ ਕਿ ਜਿੱਥੈ ਹਰ ਆਰਾਧੀਐ ਤਿੱਥੈ ਹਰ ਮਿਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਵਿਦ ਲਿਆ ਨਾ ਜਾਈ। ਮਹਾਰਾਜ ਕਹਿੰਦੇ ਨੇ ਜਿੱਥੇ ਵੀ ਆਰਾਧੇਗਾ ਉੱਥੇ ਉਹ ਸਹਾਇਤਾ ਕਰੇਗਾ। ਸੰਸਾਰ ਦੇ ਵਿੱਚ ਵਿਚਰਦੇ ਹਾਂ ਅਤੇ ਅਸੀਂ ਇਹਦਾ ਮਾੜਾ ਹੋ ਜਾਏ, ਇਸਦਾ ਉਹ ਹੋ ਜਾਏ, ਉਸਦੇ ਇੱਥੇ ਆ ਕੇ ਅਸੀਂ ਸੋਚਦੇ ਵੀ ਇਹ ਮਿਲ ਜਾਏ। ਜਦੋਂ ਵੀ ਕੁਝ ਮੰਗੋ ਨਾ ਸੁਚੇਤ ਹੋ ਕੇ ਮੰਗੋ। ਔਰ ਵੈਸੇ ਵੀ ਜਿਹੜੀ ਕਬੀਰ ਸਾਹਿਬ ਕਹਿੰਦੇ ਮੰਗ ਇਹ ਕਰੋ ਕਿ ਪ੍ਰਮਾਤਮਾ ਆਪਣੇ ਦਰ ਤੋਂ ਮੈਨੂੰ ਨਾਮ ਦੀ ਦਾਤ ਦੇ। ਨਾਮ ਰੂਪੀ ਦੀ ਦਾਤ ਰੂਪੀ ਭਿੱਖਿਆ ਮੰਗਦਾ ਮੈਂ ਤੇਰੇ ਕੋਲ। ਕਿਉਂਕਿ ਮਾਰ ਕਹਿੰਦੇ ਮੰਗ ਨਾ ਮੰਗਨ ਨੀਕਾ, ਅੱਗੇ ਬੋਲੋ, ਹਰ ਜਸ ਗੁਰ ਤੇ। ਮੰਗਣਾ ਸਭ ਤੋਂ ਚੰਗਾ ਕੀ ਹੈ ਕਿ ਹਰੀ ਦਾ ਜਸ ਮੰਗੀਏ। ਬਾਕੀ ਜੋ ਮੰਗਦੇ ਹਾਂ ਉਹ ਕਈ ਵਾਰੀ ਦੁੱਖ ਦਿੰਦਾ, ਪਰ ਹਰੀ ਦਾ ਜਸ ਮੰਗੋਗੇ ਤਾਂ ਉਸਨੇ ਹਮੇਸ਼ਾ ਸੁਖ ਹੀ ਦੇਣਾ, ਅੰਦਰ ਦਾ ਖੇੜਾ ਹੀ ਦੇਣਾ। ਬਾਕੀ ਚੀਜ਼ਾਂ ਦੁੱਖ ਦੇਣਗੀਆਂ। ਕਬੀਰ ਸਾਹਿਬ ਕਹਿੰਦੇ ਇਸ ਕਰਕੇ ਭਾਈ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ, ਅਸੀਂ ਹਿਰਦੇ ਵਿੱਚ ਸਰੀਰ ਦੇ ਅੰਦਰ ਟਿਕ ਕੇ ਪ੍ਰਭੂ ਦੇ ਨਾਮ ਦੀ ਭਿੱਖਿਆ ਮੰਗਿਆ ਕਰ। ਫਿਰ ਕਹਿਣ ਲੱਗੇ, ਕਹਿੰਦੇ ਨੇ ਸੋ ਜੋਗੀ ਜਗ ਸਾਰਾ। ਸਾਰਾ ਦਾ ਅਰਥ ਹੁੰਦਾ ਸ੍ਰੇਸ਼ਟ, ਸੋ ਦਾ ਅਰਥ ਹੈ ਉਹ, ਜੋਗੀ ਜਗ ਦਾ ਅਰਥ ਹੈ ਜਗਤ ਵਿੱਚ। ਜਗ ਦੇ ਗੱਗੇ ਨੂੰ ਲਿਖੀ ਹੋਈ ਸਿਆਰੀ, ਇਹਦੇ ਅਰਥ ਨੇ ਜਗਤ ਵਿੱਚ ਉਹ ਜੋਗੀ ਸ੍ਰੇਸ਼ਟ ਹੈ ਜਿਹੜਾ ਆਪਣੇ ਹਿਰਦੇ ਵਿੱਚ ਟਿਕ ਕੇ ਪਰਮਾਤਮਾ ਦੇ ਨਾਮ ਦੀ ਦਾਤ, ਨਾਮ ਦੀ ਮੰਗ ਕਰ ਰਿਹਾ, ਨਾਮ ਨੂੰ ਮੰਗ ਰਿਹਾ, ਉਹ ਜੋਗੀ ਮਹਾਨ ਹੈ। ਫਿਰ ਆਖਣ ਲੱਗੇ, ਖਿੰਤਾ ਗਿਆਨ ਧਿਆਨ ਕਰ ਸੋਈ, ਸ਼ਬਦ ਤਾਗਾ ਮਥ ਘਾਲੈ। ਆਖਣ ਲੱਗੇ ਅਸਲ ਜੋਗੀ ਗਿਆਨ ਦੀ ਗੋਦੜੀ ਬਣਾਉਂਦਾ ਹੈ। ਖਿੰਤਾ ਗਿਆਨ, ਉਹ ਜਿਹੜੀ ਗੋਦੜੀ ਉੱਤੇ ਪਾਉਂਦਾ ਹੈ ਨਾ, ਉਹ ਗਿਆਨ ਦੀ ਬਣਾਉਂਦਾ ਹੈ, ਭਾਵ ਕਿ ਉਹ ਗਿਆਨ ਹਾਸਲ ਕਰਦਾ ਹੈ। ਧਿਆਨ ਕੀ ਸੂਈ, ਪ੍ਰਭੂ ਦੇ ਚਰਨਾਂ ਵਿੱਚ ਜੁੜੀ ਹੋਈ ਸੁਰਤ ਰੂਪੀ ਸੂਈ ਤਿਆਰ ਕਰਦਾ ਹੈ, ਭਾਵ ਕਿ ਪ੍ਰਭੂ ਚਰਨਾਂ ਦੇ ਵਿੱਚ ਕਹਿੰਦੇ ਜੁੜੀ ਹੋਈ ਸੁਰਤ ਦੀ ਸੂਈ ਤਿਆਰ ਕਰਦਾ, ਭਾਵ ਉਹ ਸੁਰਤ ਤਿਆਰ ਕਰਦਾ ਹੈ ਜਿਹੜੀ ਕਿ ਸੁਰਤ ਜੁੜੀ ਹੋਈ ਹੈ ਪਰਮਾਤਮਾ ਦੇ ਚਰਨਾਂ ਵਿੱਚ। ਜਿਸ ਸੁਰਤ ਨੂੰ ਪਰਮਾਤਮਾ ਦਾ ਧਿਆਨ ਹੈ, ਇਸ ਤਰ੍ਹਾਂ ਕਹਿ ਲਵਾਂ, ਜੇ ਸੁਰਤ ਵਿੱਚ ਰੱਬ ਦਾ ਧਿਆਨ ਨਹੀਂ, ਜਪਜੀ ਸਾਹਿਬ ਹੋ ਜਾਣਾ ਪਤਾ ਨਹੀਂ ਲੱਗਣਾ, ਰਹਿਰਾਸ ਦਾ ਪਾਠ ਹੋ ਜਾਣਾ ਪਤਾ ਨਹੀਂ ਲੱਗਣਾ, ਸੋਲਾ ਸਾਹਿਬ ਕਦੋਂ ਪੜ੍ਹ ਲਿਆ ਪਤਾ ਨਹੀਂ ਲੱਗਣਾ। ਖਿਆਲ ਕਰਿਓ ਕਿਤੇ, ਜੇ ਕਿਤੇ ਇਹ ਸੁਰਤ ਜੁੜੀ ਹੋਈ ਹੈ, ਅੱਖਾਂ ਵਿੱਚੋਂ ਪਾਣੀ ਆ ਜਾਊਗਾ ਸੋਲਾ ਸਾਹਿਬ ਦਾ ਪਾਠ ਕਰਦੇ ਹਾਂ। ਇੱਕ ਵਾਰ ਉਚਾਰਨ ਕਰੋ ਸਤਿਨਾਮ। ਨੀਟ ਟਪ ਟਪ ਬੱਗੂ ਕਿ ਮੈਂ ਕੀ ਕਰ ਰਿਹਾ, ਗੁਰੂ ਸਾਹਿਬ ਕੀ ਕਹਿ ਰਹੇ ਮੈਨੂੰ। ਜਪਜੀ ਸਾਹਿਬ ਕਰੋਗੇ ਅਤੇ ਅੰਦਰ ਜੋ ਕੁਛ ਹੋਏਗਾ, ਵੈਸੇ ਪੜ੍ਹੀ ਜਾਂਦੇ ਨਾਨਕ ਭਗਤਾਂ ਸਦਾ ਵਿਗਾਸ, ਅਤੇ ਜੋ ਮੱਥੇ 'ਤੇ ਤੂੜੀਆਂ ਪਈਆਂ ਹੋਈਆਂ, ਨਾਨਕ ਭਗਤਾਂ ਸਦਾ ਵਿਗਾਸ, ਜਪਜੀ ਸਾਹਿਬ ਪੜ੍ਹ ਰਹੇ
ਸੁਖਮਨੀ ਸਾਹਿਬ ਪੜ੍ਹਦੇ ਹਾਂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਵਿਸਰਾਮ, ਹੋਇਆ ਵਿਸਰਾਮ। ਕਿਉਂ? ਉਸ ਨੂੰ ਅਨੁਭਵ ਵਿੱਚ ਨਹੀਂ ਲੈ ਕੇ ਆਏ। ਉਹ ਜਿਹੜੀ ਸੁਰਤ ਰੂਪੀ ਸੂਈ ਸੀ ਨਾ, ਉਹ ਜੁੜੀ ਨਹੀਂ ਹੈ। ਸੁਰਤ ਕਿਤੇ ਹੋਰ ਪਾਸੇ ਦੌੜਦੀ ਫਿਰਦੀ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਸੁਰਤ ਰੂਪੀ ਸੂਈ ਨੂੰ ਨਾ, ਉਸ ਨੂੰ ਤਿਆਰ ਕਰ ਤੇ ਸ਼ਬਦ ਧਾਗਾ, ਕਹਿੰਦੇ ਗੁਰੂ ਦਾ ਸ਼ਬਦ ਰੂਪੀ ਧਾਗਾ ਵੱਟ ਕੇ, ਕਹਿੰਦੇ ਨੇ ਮੱਥ, ਮੱਥ ਦਾ ਅਰਥ ਹੁੰਦਾ ਵੱਟਣਾ, ਵੱਟੇ ਚਾੜਨੇ। ਘਾਲੇ ਦਾ ਅਰਥ ਹੈ ਮੁੜ ਮੁੜ ਸ਼ਬਦ ਦੀ ਕਮਾਈ ਕਰਕੇ ਉਸ ਸੂਈ ਵਿੱਚ ਪਾਉਂਦਾ ਹੈ। ਉਹ ਜੋਗੀ ਜਿਹੜਾ ਪ੍ਰਮਾਣ ਹੈ। ਜਦੋਂ ਅਸੀਂ ਸ਼ਬਦ ਦੀ ਕਮਾਈ ਕਰਕੇ ਮੁੜ ਮੁੜ ਸੂਈ ਵਿੱਚ ਪਾਵਾਂਗੇ, ਸੂਈ ਦੇ ਨੱਕੇ ਵਿੱਚ ਧਾਗਾ ਪਾਵਾਂਗੇ। ਧਾਗਾ ਕੀ ਸੀ? ਜਿਹੜਾ ਕਿ ਸਾਡੀ ਅਵਸਥਾ ਬਣੀ ਸੀ, ਗੁਰੂ ਸ਼ਬਦ ਰੂਪੀ ਧਾਗਾ। ਆਪਣੀ ਸੁਰਤ ਰੂਪੀ ਸੂਈ ਦੇ ਧਾਗੇ ਵਿੱਚ ਕੀ ਪਾਉਣਾ? ਸ਼ਬਦ ਰੂਪੀ ਧਾਗਾ ਪਾਉਣਾ। ਸੁਰਤ ਵਿੱਚ ਕੀ ਲੈ ਕੇ ਜਾਣਾ? ਸੌਖਾ ਕਰ ਦੇਵਾਂ, ਸ਼ਬਦ ਨੂੰ ਲੈ ਕੇ ਜਾਣਾ। ਸੁਰਤ 'ਚ ਨਹੀਂ ਜਾ ਰਿਹਾ ਸ਼ਬਦ, ਸੁਰਤ ਦੇ ਅੰਦਰ ਜਾ ਰਹੀਆਂ ਹਨ ਵਾਸਨਾਵਾਂ, ਹਰ ਪਲ ਦੁਖੀ ਰਹਿੰਦੇ ਹਾਂ। ਸਾਨੂੰ ਫਿਰ ਕੋਈ ਸੁਖੀ ਨਹੀਂ ਕਰ ਸਕਦਾ। ਹੈ ਸ਼ਬਦ ਬੜਾ ਬਰੀਕ ਹੈ। ਇਸ ਮੈਂ ਕਹਿੰਦਾ ਭਗਤਾਂ ਦੀ ਬਾਣੀ ਦੀ ਵਿਆਖਿਆ ਜੀ ਬੜੀ ਔਖੀ। ਮੈਂ ਕਹਿੰਦਾ ਬਹੁਤ ਔਖਾ ਕੰਮ। ਭਗਤਾਂ ਦੀ ਬਾਣੀ ਦੀ ਜਦੋਂ ਅਰਦਾਸ ਵਿਚਾਰ ਕਰੇ ਨਾ, ਬੜਾ ਜ਼ੋਰ ਪੈ ਰਿਹਾ ਵਿਚਾਰ ਕਰਦੇ, ਕਿਉਂਕਿ ਇਤਨੀ ਸੌਖੀ ਨਹੀਂ ਹੈ। ਇਸ ਨੂੰ ਵਿਚਾਰਨ ਵਾਸਤੇ ਕਈ ਵਾਰੀ ਸ਼ਬਦ ਵਿਚਾਰਨ ਤੋਂ ਬਾਅਦ ਵੀ ਉੱਪਰੋਂ ਲੰਘ ਜਾਂਦਾ ਵੀ ਗੱਲ ਕੀ ਚੱਲ ਰਹੀ ਹੈ। ਔਰ ਖਾਸ ਕਰਕੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਬਹੁਤ ਔਖੀ ਬਾਣੀ ਹੈ, ਕਿਉਂਕਿ ਉਹ ਬਹੁਤ ਡੂੰਘਾਈ ਵਿੱਚ ਜਾ ਕੇ, ਇੱਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ, ਇੱਕ ਭਗਤ ਕਬੀਰ ਸਾਹਿਬ ਜੀ ਦੀ ਬਾਣੀ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਿੱਚ ਵੀ ਬੜੇ ਡੂੰਘੇ ਰਾਜ ਲੁਕੇ ਹੋਏ ਨੇ, ਕਿਉਂਕਿ ਬਾਕੀ ਗੁਰੂ ਸਾਹਿਬਾਨਾਂ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੀ ਵਿਆਖਿਆ ਕੀਤੀ ਆਪਣੇ ਬਾਣੀ ਰਾਹੀਂ, ਪਰ ਗੁਰੂ ਨਾਨਕ ਪਾਤਸ਼ਾਹ ਨੇ ਉਹ ਡੂੰਘੇ ਭੇਦ ਜਿਹੜੇ ਨੇ ਰੂਹਾਨੀ ਜੀਵਨ ਦੇ ਆਪਣੀ ਬਾਣੀ ਰਾਹੀਂ ਦਰਸਾਏ ਨੇ। ਉਹੀ ਚੀਜ਼ਾਂ ਕਬੀਰ ਸਾਹਿਬ ਨੇ ਦਰਸਾਈਆਂ ਆਪਣੀ ਬਾਣੀ ਦੇ ਰਾਹੀਂ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਤੂੰ ਇੱਕ ਕੰਮ ਕਰ, ਗੁਰੂ ਦਾ ਸ਼ਬਦ ਰੂਪ ਧਾਗਾ ਵੱਟ ਕੇ ਨਾ, ਜਿਵੇਂ ਅਸੀਂ, ਮੈਂ ਸੌਖੀ ਉਦਾਹਰਨ ਦੇਵਾਂ, ਆਪਾਂ ਸੂਈ ਧਾਗਾ ਪਾਉਂਦੇ, ਅੱਗੇ ਕੀ ਕਰਦੇ ਹਾਂ? ਵੱਟਦੇ ਹਾਂ ਵੀ ਅੰਦਰ ਪੈ ਜਾਏ। ਪੈਂਦਾ ਹੀ ਨਹੀਂ। ਕੋਈ ਕਹਿੰਦਾ ਜੀ ਨਜ਼ਰ ਕਮਜ਼ੋਰ ਹੈ, ਕੋਈ ਕਹਿੰਦਾ ਵੀ ਧਾਗਾ, ਉਹ ਨੱਕਾ ਹੀ ਨਜ਼ਰ ਨਹੀਂ ਆ ਰਿਹਾ। ਕਿਉਂਕਿ ਕਬੀਰ ਮੁਕਤ ਦੁਆਰਾ ਮੋਖਲਾ ਰਾਈ ਦਸਵੇਂ ਪਾਏ। ਜਿਹੜਾ ਮੁਕਤ ਦੁਆਰਾ ਨਾ, ਉਹ ਰਾਈ ਦੇ 10ਵੇਂ ਹਿੱਸਾ ਜਿੰਨਾ ਬਰੀਕ ਹੈ, ਜਿਹਦੇ ਵਿੱਚੋਂ ਲੰਘ ਕੇ ਸੁਰਤ ਨੇ ਜਾਣਾ। ਤੇ ਮਨ ਤੋਂ ਮੈਗਲ ਹੋਏ ਰਿਹਾ, ਨਿਕਲਿਆ ਕਿਉਂ ਕਰ ਜਾਏ। ਮਨ ਹਾਥੀ ਬਣਿਆ ਹੋਇਆ, ਉਸ ਨੱਕੇ 'ਚ ਹਾਥੀ ਨਿਕਲ ਜਾਓ। ਮਨ ਹੰਕਾਰੀ ਬਣਿਆ ਪਿਆ, ਨਹੀਂ ਨਿਕਲਿਆ ਜਾਣਾ ਜਦੋਂ ਤੱਕ ਮਨ ਬਰੀਕ ਨਹੀਂ ਹੋ ਜਾਂਦਾ। ਹੈ ਨਾ ਡੂੰਘੀ ਗੱਲਾਂ ਕਬੀਰ ਸਾਹਿਬ ਜੀ ਦੀਆਂ। ਫਿਰ ਕਹਿਣ ਲੱਗੇ, ਅਗਲੇ ਵਚਨ ਕਰਦੇ ਨੇ, ਕਹਿੰਦੇ ਪੰਚ ਤਤ ਕੀ ਕਰ ਮਿਰਗਾਣੀ, ਗੁਰ ਕੈ ਮਾਰਗ ਚਾਲੈ। ਆਖਣ ਲੱਗੇ ਸਰੀਰ ਦੇ ਮੂੰਹ ਨੂੰ ਪੈਰਾਂ ਹੇਠ ਦੇ ਕੇ, ਮਿਰਗਾਣੀ ਦਾ ਅਰਥ ਹੈ ਖਲ ਦੇ ਉੱਤੇ ਜਿਹੜੇ ਲੋਕ ਬਹਿੰਦੇ ਸਨ, ਮਿਰਗ ਦੀ ਖਲ ਦੇ ਉੱਤੇ। ਉਹ ਕਹਿੰਦੇ, ਕਬੀਰ ਸਾਹਿਬ ਕਹਿੰਦੇ ਮਿਰਗ ਦੀ ਖਲ ਉੱਤੇ ਨਾ ਬੈਠ, ਇਸ ਸਰੀਰ ਦਾ ਜਿਹੜਾ ਦੇਹ ਅਧਿਆਸ ਹੈ ਇਹਦੇ ਉੱਤੇ ਬਹਿ ਜਾ, ਸਰੀਰ ਦੇ ਮੂੰਹ ਦੇ ਉੱਤੇ ਬਹਿ ਜਾ। ਅਸੀਂ ਕੀ ਹੈ, ਸਰੀਰ ਦਾ ਮੂੰਹ ਸਿਰ 'ਤੇ ਰੱਖਿਆ ਹੋਇਆ, ਇਹ ਪੰਡਾ ਬਣ ਕੇ ਰੱਖੀ ਹੋਈਆਂ। ਕਬੀਰ ਸਾਹਿਬ ਕਹਿੰਦੇ ਨੇ ਇਸ ਦੇਹ ਅਧਿਆਸ ਜਿਹੜਾ ਸਰੀਰ ਦਾ ਮੂੰਹ ਹੈ, ਇਹਦੇ ਉੱਤੇ ਉੱਪਰ ਬਹਿ ਜਾਣਾ। ਉਹਦੇ ਉੱਤੇ ਪੰਜ ਤੱਤ ਕੀ ਕਰ ਮਿਰਗਾਣੀ, ਸਰੀਰ ਦੇ ਮੂੰਹ ਨੂੰ ਪੈਰਾਂ ਹੇਠਾਂ, ਕਿਉਂਕਿ ਪੰਜ ਤੱਤਾ ਬਣਿਆ ਸਰੀਰ ਹੈ। ਹਰ ਆਪੇ ਪੰਜ ਤੱਤ ਵਿਸਥਾਰਾ, ਵਿੱਚ ਧਾਤੂ ਪੰਜ ਆਪ ਪਾਵੈ। ਇਹ ਪੰਜ ਤੱਤ ਤੋਂ ਸਾਜਿਆ ਸਰੀਰ ਪਰਮਾਤਮਾ ਨੇ। ਪੰਜ ਤਰ੍ਹਾਂ ਦੇ ਸੁਭਾਅ ਪਾਏ ਨੇ ਬੰਦੇ ਦੇ ਵਿੱਚ। ਇਹ ਸੌਖਾ ਨਹੀਂ, ਥੱਲੇ ਲਾਣਾ ਕੋਈ ਸੌਖਾ ਨਹੀਂ ਹੈ। ਦੇਹ ਅਧਿਆਸ ਤਿਆਗਣਾ, ਆਪਣੇ ਸਰੀਰ ਦੀ ਪਕੜ ਤਿਆਗਣੀ, ਇਹ ਕੋਈ ਸੌਖੇ ਕੰਮ ਨਹੀਂ ਹੈ, ਬੜਾ ਮੁਸ਼ਕਿਲ ਹੈ। ਪਰ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਸਰੀਰ ਦੇ ਮੂੰਹ ਨੂੰ ਪੈਰਾਂ ਹੇਠਾਂ ਰੱਖ ਕੇ ਗੁਰ ਕੇ ਮਾਰਗ ਚਾਲੈ। ਗੁਰੂ ਦੇ ਸ਼ਬਦ ਨੇ ਜੋ ਦੱਸਿਆ ਨਾ, ਪਾਓ ਕਿ ਗੁਰੂ ਦੇ ਦੱਸੇ ਹੋਏ ਰਾਹ 'ਤੇ ਜਿਹੜਾ ਤੁਰਦਾ ਹੈ, ਗੁਰੂ ਨੇ ਜਿਹੜਾ ਰਸਤਾ ਦੱਸਿਆ, ਗੁਰੂ ਨੇ ਜਿਹੜਾ ਮਾਰਗ ਸਾਨੂੰ ਦਰਸਾਇਆ। ਇੱਥੇ ਤਾਂ ਹੋਂ ਪਿੱਛੇ ਲਾਗ ਚਲੀ ਹੈ, ਗੁਰੂ ਦੇ ਮਾਰਗ ਦੇ ਪਿੱਛੇ ਤੁਰਨਾ, ਗੁਰੂ ਨੂੰ ਅੱਗੇ ਰੱਖਣਾ, ਗੁਰੂ ਦੀ ਅਗਵਾਈ 'ਚ ਚੱਲਣਾ ਹੈ।
क्योंकि सतगुर सिख की करै प्रतिपाल, सेवक को गुरु सदा दयाल। सतगुर सिख के बंधन काटै, गुर का सिख विकार ते हटै। सतगुर सिख को नाम धंधे, गुर का सिख वडभागी है। सतगुर सिख का हलत पलत सवारै, नानक सतगुर सिख को जी नाल समारै। पर कदों गुर कै गृह सेवक जो रह, गुर की आग्या मन में सै, तां कृपा बननी है। कल पढ़ी जाने नाल थोड़ी गल बन जानी, जब तक इनू समझांगे नहीं, विचारांगे नहीं, जब पढ़ना जरूरी है, पढ़ना नहीं छड्डना। कई मैनू कहते भी जो तुसीं बार बार कहते फिर पाठ छड्ड दी, नहीं। जे तुसीं गुरबाणी पढ़नी छड्ड दित्ती, गुरुद्वारे आना छड्ड दिता, तुसीं विचार करनी छड्ड दित्ती, तो फिर कोई आस नहीं कि जीवन च कोई परिवर्तन आ सकता है। फिर कोई डिग्री नहीं मिलनी थानू। स्कूल ही छड्ड दिता, पढ़ाई छड्ड दित्ती, घर बह गए, फिर कोई पल्ले पैना। फिर सोचो भी कोई डिग्री पल्ले पै जाएगी, कुछ नहीं पैना फिर पल्ले। ये करते रहो, नहीं समझ आ रहा तां भी करते रहो। साडा बच्चा नहीं भी पढ़ता ना, असीं तां भी स्कूल भेजते हैं, ट्यूशन लाते हैं, बड़ा कुछ करते भी किते चल पवे। पर यह है कि एक दिन आप समझाते हैं बैठ के भी पुत्र इतना पैसा खर्च कर दिता तेरे उत्ते, भी थोड़ा बहुत साड़ी इज्जत रख ले, थोड़ा बहुत कुछ समझ लै। कई बार कोई गल कही हुई उसके पल्ले पै जाती है, दिमाग च रख लैंदा कि हाँ भी मैनू कुछ करना चाहिए। इस तरह इस मन नूं समझाना है, गुरु के मार्ग के उत्ते चलना है। फिर कहने लगे दया फाहुरी काया कर धोई, दृष्ट की अगन जलावै। आखन लगे असल जोगी अपने शरीर की धूनी बना के ते उस विच प्रभु नूं हर थां वेखण वाली नज़र की अग बालदा है। जिवें धूनी दे विच अग हुंदी है ना, इस तरह जो अपने शरीर की धूनी बना के उस दे विच प्रभु नूं हर थां ते देखण वाली अग जिहड़ा अपने शरीर च बालदा है। भाव कि वो नज़र रखता है, नज़र की अग बालदा, नज़र रहिंदी भी हर थां ते परमात्मा है। वो कहता सवै घट राम बोलै, रामा बोलै, राम बिना को बोलै रे। वो कहता सारियां थावां ते सब गोबिंद है, सब गोबिंद है, गोबिंद बिन नहीं कोई, उस तो बिना कोई है ही नहीं। वो अभ्यास करता है। फिर कह लगे कहते दृष्ट की अगन जलावे, भाव कि अपने जीवन में कहते ये अग बालदा है। इसका अर्थ है कि इस शरीर रूपी धुएं विच भले गुण इकट्ठे करने लई दया नूं पौड़ी बनाउंदा है। इस दया नूं इकट्ठा करना है। दया नूं इकट्ठा करने वास्ते, दया नूं एक पौड़ी बनानी है भले गुण इकट्ठे करने वास्ते। ताई मान के कि धोल धर्म दया का बोध। धर्म की है? गुण। धर्म ना समझा करो भी बाहर का भेख है, माफ़ करना। धर्म है ही गुण का नाम है, गुणों को इकट्ठा करना ही धर्म है। कितने भुलेखे ना पाओ भी कोई धर्म कोई वखरी चीज़। धर्म का अर्थ ही गुण है, तो गुण कितों पैदा होणगे? दया दे विचों। दया तो बिना गुण पैदा नहीं हो सकते। अंदर दया होएगी तो गुण अपने आप बढ़ते चले जाएंगे, जिवें धर्म अपने आप बढ़ता चला जाए। क्योंकि जितने गुण बढ़ गए उतने धर्म दीयां पौड़ियां ऊपर चढ़ गए। संत का मार्ग धर्म की पौड़ी को वड भागी पाए। इस करके कबीर साहब कहते हैं भी तू ये शुभ गुणों को इकट्ठे करने वास्ते ना दया नूं पौड़ी बना लै। दया की पौड़ी ते चढ़ता जा, जिमें चढ़ता जाएगा शुभ गुण इकट्ठे करदा जीवन च। फिर कह लगे तिसका भाव लय रिद अंतर, चौजुंग ताड़ी लावे। उस परमात्मा का प्यार अपने हिरदे विच वसा। भाव का अर्थ है प्रेम। तो प्रेम किवें वसे रब दा? गुरु साहब जी कहते, भगत रविदास जी कहते साध संगत बिना भाव नहीं उपजै, भाव बिन भगत ना होए तेरी। इत्थे आउणा है, प्रेम का जन्म होएगा। प्रेम ही है उस तक पहुँचने का तरीका। साच कहूँ सुन लेहो सबै, जिन प्रेम कियो तिन ही प्रभ पायो। जिन्होंने प्रेम किया प्यारे उसने रब नूं प्राप्त कर लिया। इस करके कबीर साहब कहते तिसका भाव लय रिद अंतर, उस परमात्मा का प्यार हिरदे विच वसाउंदा है। प्रेम ही है रब की प्राप्ति। जिसका प्रेम अंदर वसा लिया ना, देखो वही साडे नेड़े हुंदा जिहदे नाल साडा प्यार हुंदा। जिहदे नाल प्यार नहीं वो साडे नेड़े नहीं हुंदा कभी। भावें वो अमरीका बैठा पर प्यार हिरदे विच वो सानूं लगदा नाल है साडे। साडा पुत्र धी अमरीका इंग्लैंड किते बैठे ने और उन्हां नाल प्यार है, लगदा इत्थे साडे कोल ही बैठे ने। एक आवाज़ मारांगे फटाफट इत्थे पहुँच जाणगे। इहदा अर्थ साडा प्यार है तो सानूं कॉन्फिडेंस है इस गल दा। पर जिथे प्यार नहीं है उत्थे घर दे विच रह के भी वो कहंदे भी बच्चों ते कोई आस नहीं आंदी।
भी कोई दुख सुख हो गया ना लैके भी जाएंगे कि नहीं जाने, क्यों उत्थे प्यार नहीं है। पर जिथे प्यार है उत्थे एक आस बनी हुई है। गल तां खेड़ प्यार दी है ना। तो कबीर साहब कहते ने चौह जुग ताड़ी लावै, इसलिए सदा अपनी सुरत नूं प्रभु चरनां विच जोड़ी रखना। यही चौहां जुगां दे विच ताड़ी लाना दा ध्यान जोड़ना सदैव हमेशा ही हर रोज़। गुरबाणी विच जिथे चौह जुग आ जाणगे ना, उत्थे आंदा जीवन दे विच, सारे जीवन दे विच अपने ध्यान नूं जोड़ी रखना। फिर कहन लगे, कहते सब जोग तन राम नाम है जिसका पिंड पराना। आखन जिस प्रभु का दिता होया ये शरीर ते जिंद है ना, जिसका पिंड, पिंड का अर्थ शरीर, पराना का अर्थ जिंद। कहते सब जोग तन राम नाम है, उसका नाम सिमरना सब तो चंगा जोग का आहार है। सच्चाई तो यह है महाराज कहते आहार सब करता फिरै, आहार एक ना होए। जित आहार जग उदरै, विरला बूझै कोई। आहार तो सारा संसार कर रहा है, पर वो आहार नहीं हो रहा जिस आहार की प्राप्ति कबीर साहब इत्थे कह रहे हैं। वो भोजन नहीं कर रहे, वो है नाम का भोजन, शुभ गुणा का भोजन। वो खुराक बनाई अपनी, चंगे गुणा की खुराक बनाइए। देखो भुख लगी होवे ना, असी जो जिथे भी रोटी मिले असी दौड़ते हैं, पर शुभ गुणा वास्ते उदा नहीं दौड़ते। भुख लगी होवे ना, असी नहीं देखते भी कौन लंगर चला रहा। भुख लगी उस वेले प्रसादा लैके छक लें। भुख लगी होवे थाली नहीं वेखते, हत्थ दे उत्ते रख के छक लें क्योंकि भुख लगी हुई है। पर जदों रब्बी गुणां की गल होवे ते असीं कहंदे भी असीं रब्बी गुण लैणे उन्हां कोलों जिहड़े बड़े महान ने। गुरु साहब जी ने क्यों सानू गुरु ग्रंथ साहब दे नाल लाया। मान लो कि अज साडे कोल धर्म दे बड़े बड़े प्रचारक ने। पिंदरपाल सिंह तुहाडे कोल रोज़ इत्थे नहीं पै सकदे, होर जिहड़े प्रचारक ने बड़े बड़े वो तुहाडे कोल रोज़ आके इत्थे नहीं बह सकदे। तो तुसीं सोचो भी उन्हां कोलों ही सिक्ख्या लैनी है, उन्हां कोलों ही सीखना, फिर तुहाडा भुलेखा। वीर भुपिंदरपाल सिंह रोज़ इत्थे आके नहीं बह सकदे, दूजे तीजे रोज़ नहीं आ सकदे। सारी दुनिया है ना, एक बंदे नूं सारी दुनिया च किवें जाएगा। गुरु अर्जन देव जी महाराज ने एक गल कही सिखां नूं, जदों गुरु ग्रंथ साहब दा प्रकाश कीता सी ना पहली बार, तो सिख कहन लगे महाराज इस दी की लोड़ सी, तुसीं गुरु हैगे तां सही। महाराज कहने सतगुर के शरीर हैं जो सब थान समय सब ना दरसै हैं। तुसीं कहंदे हो ना, कहंदे ने सतगुर का जिहड़ा शरीर है वो सारियां थावां ते और एक समय दे विच दर्शन नहीं दे सकदा। जे वो अमृतसर बैठा तो फिर वो दिल्ली विच नहीं है, तो दिल्ली बैठा तो अमृतसर नहीं है। और तुसीं चाहो भी दर्शन करने गुरु दे, फिर किवें करोगे। सतगुर के शरीर हैं जो सब थान समय सब ना दर्शै हैं, ग्रंथ हृदय गुर का यह जानो उत्तम है सब काल रहें। इस करके कहते जिहड़ा हिरदा गुरु का गुरु ग्रंथ साहब जी है उत्तम ने तो सब काल रहे, हर थां ते मिलेगा तुहानूं। जिथे मर्जी चले गुरु ग्रंथ साहब हर थां ते ने। हर घर दे विच तुसीं पोथी साहब रख सकते हो, बाणी रख सकते हो। मान लो कि जे शरीर रूपी गुरु हुंदा कि सानूं दर्शन हुंदे कदी, असीं मत्था टेकदे। इतनी सिख आबादी है, वो कहता मैं तो अमरीका वाले सिखा कोल जाना, उत्थे उन्हां कोल पैसा ज़्यादा, थोड़े कोल पैसा नहीं, थोड़े कोल क्यों आना। साडे तो गुरु इदां दे नहीं होए, पर अज दे बाबे तुसीं वेखो ना, हालात यही है ना अज दे बाबियां दी, जिहड़े अपने आप नूं गुरु अखवाउंदे, उन्हां दी हालत देखो। इस करके गुरु पिता जी ने कृपा की भी सानूं शबद दे नाल जोड़िया। तो कबीर साहब कहते सब जोगतन राम नाम है, कहते उसका नाम सिमरना सब जोगां दे विचों चंगा आहार है। उस तो चंगा होर कोई जोग ही नहीं है, उसदे नाम का आहार ही सब तो वड्डा जोग है। तो लास्ट पंक्ति विच कहन लगे कहो कबीर जे कृपा धारै दे सच्चा निशाना। आखन लगे हे कबीर आख जे प्रभु मेहर करे, वाहिगुरु दरस करे, तो वह ये सदा स्थिर रहने वाला नूर जिहड़ा वो बख्शदा है, जिहड़ा सदा स्थिर रहिंदा है। जे किते नाम मिल गया, उसकी कृपा हो गई, ये गल पक्की है कि उसकी कृपा तो बिना खेड़ बननी नहीं। आपां उद्यम करना, ये साडा सानू महाराज का हुक्म है, उद्यम करेंदियां जियो तू कमावंदियां सुख पहुँच, पर उसकी कृपा जरूर चाहिए। एक वचन कह के समाप्ति करा। महाराज ने एक जीवन की जाच दसी, कह लगे जो नर दुख में दुख नहीं मानै, सुख सने अर पहनी जाके कंचन माटी मानै, न निंदिया न उस्तत जाके लोभ मोह अभिमाना, हरग सोग ते रह न्यारो नाहि मान
अपमाना आसा मनसा सगल त्यागै जगते रह निराशा ते काम क्रोध जे परसै नाहन ते घट ब्रह्म निवासा। पर ये मिलेगी दात कदों गुर कृपा जे नरको कीनी तेह ਇਹ ਜੁਗਤ ਪਛਾਣੀ ਨਾਨਕ ਲੀਨ ਪਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ। ਇੱਥੇ ਜਾ ਕੇ ਕਿਤੇ ਖੇਡ ਬਣੇਗੀ। ਗੁਰੂ ਕਿਰਪਾ ਕਰੇ ਕਿ ਇਸ ਸ਼ਬਦ ਦੀ ਵਿਚਾਰ ਕੀਤੀ ਹੈ, ਐਸਾ ਯੋਗ ਅਸੀਂ ਵੀ ਕਮਾ ਲਈਏ ਕਿ ਉਸ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰਕੇ ਉਸ ਵਾਹਿਗੁਰੂ ਦੇ ਨਾਲ ਜੁੜ ਜਾਈਏ, ਉਹਦੇ ਹੁਕਮ ਰਜਾਈ ਵਿੱਚ ਆ ਜਾਈਏ ਅਤੇ ਗੁਰੂ ਦੇ ਮਾਰਗ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਵਾਰੀਏ। ਸਾਡੇ ਕੋਲ ਸਭ ਤੋਂ ਚੰਗਾ ਸਾਧਨ ਹੈ ਗੁਰੂ ਸਾਹਿਬ ਜੀ ਦਾ ਦਰਸਾਇਆ ਹੋਇਆ ਰਸਤਾ, ਜਿਹੜਾ ਰਾਹ ਗੁਰੂ ਨੇ ਦਿਖਾਇਆ, ਉਸ ਰਾਹ ਨੂੰ ਅਪਣਾ ਲਓ, ਉਸ ਰਾਹ ਦੇ ਉੱਤੇ ਤੁਰਨਾ ਸ਼ੁਰੂ ਕਰ ਦਿਓ। ਆਪਣੇ ਆਪ ਗੁਰੂ ਕਾ ਸ਼ਬਦ ਜਿੱਥੋਂ ਆਇਆ ਹੈ, ਉਸ ਪਰਮਾਤਮਾ ਦੀ ਦਰਗਾਹ ਤੋਂ ਇਹ ਸ਼ਬਦ ਉੱਥੇ ਹੀ ਸਾਨੂੰ ਲੈ ਜਾਏਗਾ। ਸਾਡੀ ਸੁਰਤ 1 ਮਿੰਟ ਤੋਂ ਪਹਿਲਾਂ ਉਸ ਪਰਮਾਤਮਾ ਦੇ ਨਾਲ ਜੋੜ ਦੇਗਾ ਸ਼ਬਦ, ਕਿਉਂਕਿ ਇਹ ਰੱਬ ਦੇ ਘਰੋਂ ਆਈ ਬਾਣੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਇਹ ਸ਼ਬਦ ਉੱਥੋਂ ਆਇਆ। ਸ਼ਬਦ ਦੇ ਵਿੱਚ ਆਪਣੀ ਸੁਰਤ ਜੋੜਨ ਦੀ ਬਸ ਲੋੜ ਹੈ। ਸ਼ਬਦ ਨਾਲ ਇੱਕ ਮਿਕ ਹੋਣ ਦੀ ਲੋੜ ਹੈ। ਜਿਹਦੇ ਨਾਲ ਸ਼ਬਦ ਦੇ ਨਾਲ ਸਾਡਾ ਮਨ ਜੁੜ ਗਿਆ, ਉਸ ਦੇ ਨਾਲ ਸਾਡਾ ਜੀਵਨ ਸਫਲਾ ਹੈ। ਸੋ ਅੱਜ ਦੇ ਸ਼ਬਦ ਨੂੰ ਵਿਚਾਰਦੇ ਹਾਂ, ਜਾਣੇ ਅਣਜਾਣੇ, ਕਿਉਂਕਿ ਬੜੀ ਡੂੰਘੀਆਂ ਗੱਲਾਂ ਨੇ ਕਬੀਰ ਸਾਹਿਬ ਜੀ ਦੀਆਂ। ਬੇਅੰਤ ਭੁੱਲਾਂ ਹੋ ਜਾਂਦੀਆਂ, ਮੇਰੀਆਂ ਭੁੱਲਾਂ ਮੇਰੀ ਝੋਲੀ 'ਚ ਪਾ ਜਾਣਾ। ਜੋ ਸਿੱਖਿਆ ਉਸ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।